एक राम पराया। आज दी दुनिया नूं जो मर्जी पुछ लो, कहणगे घर मेरा, परिवार मेरा, माया मेरी, कपड़े मेरे, दौलतां मेरियां, पर गुरु ग्रंथ साहिब तेरे नहीं है। ਤਾਂ ਕਰਕੇ ਮਹਾਰਾਜ ਕਹਿੰਦੇ ਫਿਰ ਜਿਨ੍ਹਾਂ ਦਾ ਕੋਈ ਆਪਣਾ ਹੋਵੇ ਉਹ ਤਾਂ ਹੀ ਤਾਂ ਮਿਲਦੇ ਆ। ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਸਮਝਿਆ ਤੇ 2 ਵਾਰੀ ਕੀ 3 ਵਾਰੀ ਵੀ ਮੱਥਾ ਟੇਕਣਾ। ਪਹਿਲਾਂ ਸਵੇਰੇ ਆਈ ਸੰਗਤ, ਫਿਰ ਦੁਪਹਿਰੇ ਸੇਵਾ ਕੀਤੀ, ਫਿਰ ਹੁਣ ਆਏ। ਇਹ ਵੀ ਹੈਗੇ ਜਿਹੜੇ ਇੱਕ ਟਾਈਮ ਹੀ ਨਹੀਂ ਆਏ। ਇਹ ਤਾਂ ਗੱਲ ਪਿਆਰ ਦੀ ਹੈ। ਜੇ ਤੁਸੀਂ ਕਰਦੇ ਹੋ ਤੇ ਮਹਾਰਾਜ ਤਾਂ ਫਿਰ 10 ਗੁਣਾ ਬਾਅਦ ਕਰਦੇ ਹੈ। ਚਰਨ ਸ਼ਰਨ ਗੁਰੇ ਪੈਂਡਾ ਜਾਏ, ਸਤਿਗੁਰ ਕੋਟ ਪੈਂਡਾ ਆਗੇ ਹੋਏ ਵੇਤ ਹੈ। ਆਓ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਇਤਿਹਾਸ ਚੱਲ ਰਹੇ ਨੇ। ਜੋ ਸਮੇਂ ਮੁਤਾਬਕ ਗੁਰੂ ਕੇ ਸਿੱਖ ਸੰਗਤਾਂ, ਬੀਬੀਆਂ, ਭੈਣਾਂ ਨੇ ਸ਼ਹਾਦਤ ਦਿੱਤੀ। ਕਿਉਂਕਿ ਅੰਮ੍ਰਿਤਸਰ ਤੋਂ 10 ਮੀਲ ਹੈ ਗੁਰਦੁਆਰਾ ਗੁਰੂ ਕਾ ਬਾਗ। ਬਟਾਲਾ ਰੋਡ ਨੂੰ ਜਾਂਦੇ ਆ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਾਗ ਲਵਾਇਆ ਸੀ ਤੇ ਉੱਥੇ ਬਹਿ ਗਿਆ ਮਹੰਤ ਸੁੰਦਰਦਾਸ, ਜਿਹਨੇ ਉੱਥੇ ਕਰਮ ਕਰਨੇ ਸ਼ੁਰੂ ਕਰ ਦਿੱਤੇ, ਮਾੜੇ ਕਾਰਜ ਕੀਤੇ। ਕਿਉਂਕਿ ਉਦੋਂ ਹਕੂਮਤ ਵਿੱਚ ਗੋਰਿਆਂ ਦਾ ਰਾਜ ਸੀ। ਇਹ ਗੋਰਿਆਂ ਦੇ ਬਿਠਾਏ ਹੋਏ ਮਹੰਤ ਜਿਹੜੇ ਸੀ ਉਹ ਗੁਰੂ ਘਰਾਂ ਦੇ ਵਿੱਚ ਕਾਬਜ ਹੋ ਗਏ ਤੇ ਉਹਨਾਂ ਮਹੰਤਾਂ ਨੇ ਕਬਜ਼ਾ ਕਰ ਲਿਆ। ਇਹ ਗੋਰੇ ਚਾਹੁੰਦੇ ਸੀ ਵੀ ਸਿੱਖਾਂ ਦੀ ਇੱਕੋ ਹੀ ਚੀਜ਼ ਜਿੱਤ ਜਾਣ ਹੈ, ਗੁਰਦੁਆਰਾ। ਕਿਉਂਕਿ ਜੋ ਗੁਰੂ ਘਰ ਜਾਂਦੇ ਆ ਨਾ, ਗੁਰੂ ਦਾ ਇਤਿਹਾਸ ਸੁਣਦੇ, ਇਹਨਾਂ ਦੇ ਬੱਚੇ ਬੱਚੀਆਂ, ਇਹ ਇਹਨਾਂ ਦੇ ਅੰਦਰ ਅਣਖ ਪੈਦਾ ਹੁੰਦੀ ਹੈ। ਜਦੋਂ ਅਣਖ ਪੈਦਾ ਹੁੰਦੀ ਹੈ ਤੇ ਫਿਰ ਆਪਣੇ ਹੱਕ ਮੰਗਦੇ ਨੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਦੋਂ ਹੱਕ ਮੰਗਦੇ ਨੇ ਤੇ ਫਿਰ ਆਜ਼ਾਦੀ ਜ਼ਰੂਰ ਆਉਂਦੀ ਹੈ। ਇਸ ਕਰਕੇ ਕਦੇ ਬਣਦੇ ਨਹੀਂ ਇਤਿਹਾਸ ਇਸ ਗੱਲੋਂ, ਕਿੰਨੇ ਰਾਜਿਆਂ ਦੇ ਬਹੁਤੇ ਪੂਰ ਜੰਮੇ। ਆਉਣ ਵਾਲੀਆਂ ਨਸਲਾਂ ਨੇ ਪੁੱਛਣਾ ਇਹ ਕਿਹੜੀ ਕੌਮ ਨੇ ਕਿੰਨੇ ਮਨਸੂਰ ਜੰਮੇ। ਜੋ ਗੁਰੂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਦੇ ਦਰ ਤੇ ਰਹਿਮਤ ਕਰਦੇ ਹੈ, ਉਹ ਦਇਆ ਦੇ ਸਾਗਰ ਆਪ ਕਿਰਪਾ ਕਰਕੇ ਵਰਤਦੇ ਨੇ। ਇਸ ਕਰਕੇ ਜਿਨ੍ਹਾਂ ਦੇ ਅੰਦਰ ਜਜ਼ਬਾ ਸੀ, ਗੁਰੂ ਨਾਲ ਪਿਆਰ ਸੀ, ਉਹਨਾਂ ਬੀਬੀਆਂ ਨੇ, ਬੱਚੀਆਂ ਨੇ, ਭੈਣਾਂ ਨੇ ਗੋਲੀਆਂ ਦੇ ਅੱਗੇ ਛਾਤੀ ਕੀਤੀ। 1000 ਬੰਦਾ ਜ਼ਖਮੀ ਹੋਇਆ। 500 ਦੇ ਕਰੀਬ ਤਕਰੀਬਨ ਗਿਣਤੀ ਮੁਕਰਰ ਨਹੀਂ ਜਿਹੜੇ ਸ਼ਹੀਦ ਹੋ ਗਏ, ਜਿਨ੍ਹਾਂ ਦੇ ਵਿੱਚ 35 ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਆਪਾਂ ਕਈ ਵਾਰੀ ਮਾਫ ਕਰਿਓ, ਇਹ ਚੀਜ਼ ਦਾ ਇਤਿਹਾਸ ਨਹੀਂ ਪੜ੍ਹਦੇ। ਆਮ ਹੀ ਮੋੜਾਂ ਦੀ ਗੱਲ ਪਿੰਡ 'ਚ ਹੁੰਦੀ ਕਿ ਸਭ ਤੋਂ ਵੱਧ ਸ਼ਬਦ ਕੋਈ ਯੂਜ਼ ਕਰਦਾ ਤੇ ਸ਼੍ਰੋਮਣੀ ਕਮੇਟੀ ਵਾਸਤੇ। ਆਪਾਂ ਆਮ ਹੀ ਕਹਿ ਦਿੰਦਾ, ਮੈਂ ਨਹੀਂ ਕਹਿ ਰਿਹਾ ਕਿਉਂਕਿ ਲਾਈਵ ਹੈ, ਪਰ ਆਪਾਂ ਬੜੇ ਬੰਦੇ ਸ਼ਬਦ ਬੋਲਦੇ ਹਾਂ ਇਹ ਸ਼ਬਦ ਨੂੰ। ਪਰ ਜਦੋਂ ਸ਼੍ਰੋਮਣੀ ਕਮੇਟੀ ਬਣੀ 1921 ਦੇ ਵਿੱਚ ਹੋਂਦ 'ਚ ਆਈ ਹੈ ਤੇ 2021 ਬਹੁਤ ਵੱਡੀਆਂ ਸ਼ਹੀਦੀਆਂ ਹੋਈਆਂ। ਅੱਜ ਵਰਗੀ ਸਿੱਖ ਨਹੀਂ ਸੀ। ਇਸ ਕਰਕੇ ਸਾਧ ਸੰਗਤ ਗਲਤੀ ਇੱਕ ਕਰਦਾ, ਭੁਗਤ ਨਹੀਂ ਸਾਰਿਆਂ ਨੂੰ ਪੈਂਦੀ ਹੈ। ਬਸ ਇਸੇ ਕਾਰਨ ਕਰਕੇ ਜਿਨ੍ਹਾਂ ਨੇ ਕਿਤਾਬ ਨਹੀਂ ਪੜ੍ਹੀ, ਇਹ ਕਿੱਦਾਂ ਹੋਂਦ 'ਚ ਆਈ, ਗੁਰਦੁਆਰਾ ਸੰਭਾਲ ਲੈ, ਕਿੱਦਾਂ ਮੰਤਾਂ ਤੋਂ ਆਪਾਂ ਚਾਬੀਆਂ ਲੈ ਕੇ ਆਪਾਂ ਆਪਣੇ ਸਿੰਘ ਵਿੱਚ ਬੈਠੇ ਹਾਂ। ਬਹੁਤ ਖੂਨ ਡੁੱਲਿਆ ਸਾਧ ਸੰਗਤਾਂ 'ਚ। ਕੋਈ ਪਾਣੀ ਦਾ ਪੋਚਾ ਲਾਉਂਦਾ, ਕੋਈ ਕੱਚੀ ਲੱਸੀ ਨਾਲ ਗੁਰਦੁਆਰਾ ਧੋਂਦਾ ਏ। ਪਰ ਯਾਦ ਰੱਖਿਓ, ਅੱਜ ਉਹਨਾਂ ਦਾ ਦਿਨ ਹੈ ਜਿਨ੍ਹਾਂ ਨੇ ਆਪਣੇ ਲਹੂ ਦੇ ਨਾਲ ਗੁਰੂ ਸਾਹਿਬ ਦੇ ਘਰ ਧੋਤੇ। ਤੇ ਖੂਨ ਸ਼ਹੀਦਾਂ ਦਾ ਸਦਾ ਪਾਕ ਹੁੰਦਾ ਤੇ ਸਿਜਦੇ ਹੁੰਦੇ ਨੇ। ਜਿੱਥੇ ਇਹ ਡੁੱਲ ਜਾਂਦਾ ਉਸ ਕੌਮ ਦੇ ਬੱਚੇ ਨਹੀਂ ਕੋਈ ਬਚਾ ਸਕਦਾ ਜਿਹਦੀ ਕੌਮ ਦੇ ਬੱਚਿਆਂ ਨੂੰ ਇਤਿਹਾਸ ਭੁੱਲ ਜਾਂਦਾ। ਇਸ ਕਰਕੇ ਅੱਜ ਪੂਰੇ ਵਰਲਡ ਦੇ ਵਿੱਚ ਇਹ ਸਿੱਕਾ ਚੱਲਦਾ ਤੁਹਾਡਾ ਤੇ ਪੱਗ ਕਰਕੇ। ਕਦੇ ਕਿਸੇ ਨੂੰ ਸਰਦਾਰ ਜੀ ਕਹਿ ਕੇ ਵੈਲਕਮ ਬੋਲਾ ਨਹੀਂ ਕਹਿੰਦਾ, ਸਲੂਕ ਮਾਰਦਾ ਸਿੰਘ ਸਾਹਿਬ ਕਹਿ ਕੇ। ਤੁਹਾਨੂੰ ਕਿਉਂ ਮਾਰਦਾ ਏ? ਕਿਉਂਕਿ ਤੁਹਾਡੇ ਸਿਰ ਤੇ ਪੱਗ ਵੱਜੀ ਹੈ। ਇਹ ਮਹਾਰਾਜ ਨੇ ਬੜੀ ਮਹਿੰਗੀ ਕਿਰਪਾ ਕਰਕੇ ਦਾਤ ਦਿੱਤੀ ਹੈ ਸਾਧ ਸੰਗਤ ਜੀ। ਇਸ ਕਰਕੇ ਅੱਜ ਉਹਨਾਂ ਸ਼ਹੀਦਾਂ ਦਾ, ਉਹਨਾਂ ਮਾਤਾਵਾਂ ਦਾ ਦਿਨ ਹੈ ਜਿਨ੍ਹਾਂ ਨੇ ਆਪਣਾ ਲਹੂ ਡੋਲ ਕੇ ਗੁਰੂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਪਾਤਰ ਬਣ ਕੇ ਇਸ ਚੀਜ਼ ਨੂੰ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚ ਮੁਕੰਮਲ ਕੀਤਾ। ਆਓ ਉਹਨਾਂ ਸ਼ਹੀਦਾਂ ਵਾਸਤੇ 2-4 ਮਿੰਟ ਮੂਲ ਮੰਤਰ ਦਾ ਜਾਪ ਕਰੀਏ, ਕਿਉਂਕਿ ਜੇ
ਸ਼ਾਨੋ ਸ਼ੌਕਤ ਨਾਲ ਬੈਠੇ ਹੈ। ਦਿਲ ਕਰਦਾ ਹਰਿਮੰਦਰ ਸਾਹਿਬ ਜਾਂਦੇ ਹੈ, ਦਿਲ ਕਰਦਾ ਹਜ਼ੂਰ ਸਾਹਿਬ ਜਾਂਦੇ ਹੈ, ਦਿਲ ਕਰਦਾ ਪਟਨਾ ਸਾਹਿਬ ਜਾਂਦੇ ਹੈ। ਇਹ ਇਹਨਾਂ ਸ਼ਹੀਦਾਂ ਦੀ ਬਦੌਲਤ ਹੈ, ਜਿਨ੍ਹਾਂ ਨੇ ਚਾਬੀਆਂ ਲਈਆਂ, ਮੋਰਚੇ ਲੜੇ ਸਾਡੇ ਬਜ਼ੁਰਗਾਂ ਨੇ। ਅੱਜ ਤੇ ਆਪਾਂ ਪਹਿਲਾਂ ਪੁੱਛੀਦਾ ਕਿ ਲੰਗਰ 'ਚ ਕੀ ਬਣਿਆ, ਗੁਰਦੁਆਰੇ ਫੇਰ ਚੱਲਾਂਗੇ। ਤੋ ਇਸ ਕਰਕੇ ਉਹਨਾਂ ਨੂੰ ਕਿੰਨਾ ਕੁ ਪਿਆਰ ਸੀ ਗੁਰੂ ਘਰ ਨਾਲ ਕਿ ਮੇਰੇ ਗੁਰੂ ਦੇ ਤਖਤ ਤੇ ਸਿੱਖ ਬਹਿਣਾ ਚਾਹੀਦਾ, ਮੇਰੇ ਗੁਰੂ ਦੇ ਤਖਤ ਤੇ ਕੋਈ ਆਪਣਾ ਬਾਬਾ ਬੁੱਢਾ ਚਾਹੀਦਾ ਏ, ਮਹੰਤ ਨਹੀਂ ਚਾਹੀਦੇ ਜਿਹੜੇ ਗਲਤ ਅਰਦਾਸਾਂ ਕਰਦੇ ਸੀ, ਗੋਰਿਆਂ ਦੀ ਚੜ੍ਹਦੀ ਕਲਾ ਮੰਗਦੇ ਸੀ। ਉੱਥੇ ਗੁਰੂ ਘਰ ਦੇ ਵਿੱਚ ਨਾ ਕਹਿਣ ਯੋਗ ਗੱਲਾਂ ਮੈਂ ਇੱਥੇ ਨਹੀਂ ਕਹਿ ਸਕਦਾ, ਜੋ ਜੋ ਕਰਦੇ ਸੀ ਉਹਨਾਂ ਨੂੰ ਗੋਰਿਆਂ ਨੇ ਸਹਿ ਦਿੱਤੀ ਸੀ ਵੀ ਗੁਰੂ ਘਰ ਨੂੰ ਇੰਨਾ ਕੁ ਬਦਨਾਮ ਕਰ ਦਿਓ ਕਿ ਸਿੱਖ ਕੌਮ ਦੇ ਬੱਚੇ ਮੱਥਾ ਟੇਕਣ ਆਉਣ। ਇਹ ਰਾਜਨੀਤੀ ਹੈ ਬੜੀ ਵੱਡੀ, ਕਿਸੇ ਕੌਮ ਦੀ ਚਾਣਕਿਆ ਨੀਤੀ ਮੈਂ ਅੱਗੇ ਸਾਂਝ ਪਾਉਣਾ ਹੈ। ਅੱਜ ਅਗਲਿਆਂ ਨੇ ਸਿਸਟਮ ਹੀ ਇੱਦਾਂ ਦਾ ਕਰਦਾ, ਤੁਹਾਡਾ ਬੱਚਾ ਅਮਰ ਤੇ ਕੀ ਮੱਥਾ ਟੇਕ ਕੇ ਰਾਜੀ ਨਹੀਂ। ਅੱਗੋਂ ਬੱਚੇ ਨੂੰ ਵੀ ਇਹ ਪੁੱਤ ਗੁਰਦੁਆਰੇ ਜਾਣਾ ਤੇ ਉਹ ਸ਼ਬਦ ਵਰਤਦਾ ਜਿਹੜੇ ਇੱਥੇ ਕਹਿਣ ਯੋਗ ਨੇ। ਇਹ ਬੜੀ ਵੱਡੀ ਰਾਜਨੀਤੀ, ਕਿਸੇ ਖੇਡੀ ਨੂੰ ਚਾਣਕਿਆ ਨੀਤੀ ਕਹਿੰਦੇ ਆ। ਕਹਿੰਦੇ ਕਿਸੇ ਦੇ ਰਸਤੇ 'ਚ ਕਿਸੇ ਨੇ ਅੰਬ ਬੀਜਦਾ, ਉਹ ਨੰਗੇ ਉੱਥੋਂ ਆਪਣੀ ਗੱਡੀ ਲੈ ਕੇ, ਬਾਈਕ ਲੈ ਕੇ, ਤੇ ਉਹਦੇ ਟਾਹਣੇ ਨੀਵੇਂ ਤੇ ਉਹਨੂੰ ਪ੍ਰੋਬਲਮ ਆਵੇ ਤੇ ਉਹ ਕਹਿੰਦਾ ਭਾਈ ਸਾਹਿਬ ਜਾ ਕੇ ਟਾਹਣੇ ਛਾਂਗਦੇ, ਨਹੀਂ ਤੇ ਮੈਂ ਪੁੱਛਦੇ ਨਹੀਂ। ਤੂੰ ਅੱਗੋਂ ਕਹਿੰਦਾ ਲਾ ਹੱਥ, ਜੇ ਮੰਨਦਾ ਏ ਤੂੰ ਹੱਥ ਲਾ ਤੇ ਮੈਂ ਤੈਨੂੰ ਦੱਸਦਾ ਏ ਇੱਥੇ ਕਤਲ ਹੋਣਗੇ। ਉਹ ਘਰ ਵਾਲੀ ਕਹਿਣ ਲੱਗੀ ਜੀ ਕਲੇ ਨਾ ਕਰਿਓ, ਕਲੇ ਘਰ ਜਾੜ ਦਿੰਦੀ ਹੈ। ਉਹ ਕਹਿੰਦਾ ਪਰ ਮੇਰੀ ਅਣਖ ਕਾਹਦੀ, ਇਹਦੀ ਅਣਖ ਕਾਹਦੀ, ਮਰਾਂਗੇ ਤਾਂ ਜ਼ਰੂਰ। ਇਹਨੇ ਨੂੰ ਇੱਕ 40 ਨੀਤੀ ਵਾਲਾ ਕਹਿੰਦਾ ਸਜਣਾ ਕਾਲੀ ਨਹੀਂ ਕਰੀਦਾ। ਹਮੇਸ਼ਾ ਜਿਹੜਾ ਬੰਦਾ ਕਾਲੀ ਕਰਦਾ ਉਹ ਧੋਖਾ ਜ਼ਰੂਰ ਖਾਂਦਾ ਏ। ਮੈਂ ਤੈਨੂੰ ਤਰੀਕਾ ਦੱਸਦਾ, ਪਿਆਰ ਦੇ ਨਾਲ ਹੀ ਤੇਰਾ ਹੱਲ ਕਰ ਦਿੰਦੇ ਹਾਂ। ਧਿਆਨ ਨਾਲ ਸੁਣਿਓ, ਆਪਣੇ ਬੱਚਿਆਂ ਨੂੰ ਸੁਣਾਇਆ ਕਰੋ। ਇਹ ਨਾ ਹੋਵੇ ਵੀ ਇੱਥੋਂ ਸੁਣ ਕੇ ਤੇ ਆਹ ਨਾਲ ਪਾਈ ਕਰਾਉਣ ਕੇ ਕਾਹਦੇ ਅੱਗੇ ਪਰ ਭੂਕੀ ਜਦੋਂ ਕੋਈ ਸਪਨਾ ਇੱਦਾਂ ਹੀ ਹੁੰਦਾ ਕਿ ਸਮਝਾਏ ਸੀ ਤੇ ਲੰਘਿਆ ਬੜਾ ਆਨੰਦ ਆਇਆ, ਬੜੀ ਆਨੰਦ ਆਈ ਕਥਾ। ਜੇ ਕੋਈ ਪੁੱਛੇ ਕਥਾ ਨੇ ਸਿਖਾਇਆ ਕਿ ਬਾਬਾ ਜਿਹੜੇ ਆਪਾਂ ਨੂੰ ਕੀ ਹੁੰਦਾ। ਤੋ ਇਸ ਕਰਕੇ ਸਾਧ ਸੰਗਤ ਥੋੜਾ ਜਿਹਾ ਜਾਗੇ। ਉਹ ਕਹਿੰਦਾ ਵੀ ਕਿੱਦਾਂ ਇਹ ਕਲੇ ਪੈਣੀ, ਮੈਂ ਅੰਬ ਪੁੱਟਣਾ ਏ, ਉਹਨੇ ਰੋਕਣਾ ਏ ਤੇ ਗੋਲੀ ਚੱਲੂਗੀ। ਬੰਦੇ ਮਰਨਗੇ। ਉਹ ਕਹਿੰਦਾ ਕਾਲੇ ਨਹੀਂ ਪੈਂਦਾ ਹੁੰਦਾ। ਇੱਕ ਤਰੀਕਾ ਦੱਸ ਦਿੰਦਾ, ਵਰਤ ਕੇ ਵੇਖ ਲਈ ਕਿੰਨਾ ਦੱਸ। ਧਿਆਨ ਨਾਲ ਸੁਣਿਓ, ਸਮਝ ਆ ਰਹੀ ਨਾ। ਤੁਹਾਡੇ ਭਵਿੱਖ ਦੀ ਗੱਲ ਹੈ, ਰੱਬੀ ਆ ਗਈ, ਆਪਾਂ ਅੱਗੇ ਜਾਣਾ ਹੈ। ਅੱਜ ਗੁਰੂ ਕਾ ਬਾਗ ਮੋਰਚਾ। ਉਹ ਕਹਿੰਦਾ ਤੂੰ ਏਦਾਂ ਕਰਿਆ ਕਰ, 2 ਕਿਲੋ ਦਹੀਂ ਲਿਆ ਤੇ ਵਿੱਚ ਕਿਲੋ ਪਾਇਆ ਕਰ ਸ਼ੱਕਰ, ਤੇ ਜਿਹੜਾ ਅੰਬ ਆ ਨਾ ਉਹਦੇ ਮੁੱਢ ਨਾ ਪਾਇਆ ਕਰ। ਉਹ ਕਹਿੰਦਾ ਤੂੰ ਪਾਗਲ ਹੈ, ਦਹੀਂ ਤਾਂ ਕਦੇ ਮੈਂ ਆਪ ਨਹੀਂ ਖਾਧਾ ਤੇ ਸ਼ੱਕਰ ਤੋਂ ਮੇਰੇ ਜਵਾਕ ਰੋਂਦੇ ਰਹਿੰਦੇ ਆ ਤੇ ਅੰਬ ਨੂੰ ਕਿੱਥੋਂ ਪਾ ਦਾਂ। ਮਤਲਬ ਇਹੋ ਜਿਹੀ ਤੁਹਾਡੀ ਗਲਤੀ ਪੰਜਾਬੀ। ਉਹ ਕਾਹਦੇ ਬੜੀ ਛੇਤੀ ਪੈਂਦੇ ਆ। ਜਿੰਨਾ ਚਿਰ ਕਿਸੇ ਨੂੰ ਪਰਖੀਏ, ਤੋਲੀਏ, ਮੁੱਲੀਏ ਨਾ, ਉਹਨਾਂ ਚਿਰ ਘਰ 'ਚ ਕਲੇ ਬੜਾ ਪਾਈ। ਸਾਨੂੰ ਮਾੜਾ ਜਿਹਾ ਕਿਸੇ ਨੇ ਕਿਹਾ ਵੀ ਅਸੀਂ ਜਾਂਦੇ ਡੰਡਾ ਜਾ ਕਰਨ, ਪਹਿਲਾਂ ਵੇਖ ਲਓ ਗੱਲ ਕਿੰਨੀ ਕੁ ਸਹੀ ਹੈ ਤੇ ਕਿੰਨੀ ਕੁ ਗਲਤ ਹੈ। ਉਹ ਕਹਿੰਦਾ ਗੱਲ ਤਾਂ ਪੂਰੀ ਹੋ ਲੈਂਦੇ, ਤੇਰੀ ਕਾਲੀ ਨੇ ਤੈਨੂੰ ਮਰਵਾਉਣਾ। ਤੇ 100 ਦੇ ਵਿੱਚੋਂ 70% ਲੋਕ ਵਿਚਾਰਿਆਂ ਤੇ ਵੇਖ ਕੇ ਕਾਲੀ ਕਰਕੇ। ਜਦੋਂ ਜੱਜ ਕਹਿੰਦਾ ਅਗਲੀ ਤਰੀਕ ਤੇ ਫਿਰ ਢਿੱਲਾ ਜਿਹਾ ਮੂੰਹ ਕਰਕੇ ਬਾਬਾ ਜੀ 25 ਤਰੀਕਾਂ ਪੈ ਗਈਆਂ, ਐਤਕੀ ਕਰਦੇ ਹੋ ਅਰਦਾਸ। ਦਾ ਕਾਰਨ ਕੀ ਹੈ? ਫਸ ਗਈ ਨਾ ਕਾਲੀ ਕਰਕੇ। ਗੁਰੂ ਬੜਾ ਕੋਈ ਦਿੰਦਾ, ਗੁਰਦੁਆਰੇ ਆਈਏ ਨਾ, ਲੰਗਰ ਤਾਂ ਗੁਰੂ ਛਕਾਉਂਦਾ ਹੀ ਹੈ, ਪਿਆਰ ਦਿੰਦਾ, ਪਰ ਸਿੱਖਿਆ ਵੀ ਦਿੰਦਾ ਹੈ। ਕਹਿੰਦਾ ਤੂੰ ਮੇਰੇ ਤੋਂ ਪੈਸੇ ਲੈ, ਜਿੰਨਾ ਦਹੀਂ ਲੱਗੂਗਾ, ਸ਼ੱਕਰ ਲੱਗੂ, ਗੱਲ ਤੇ ਪੂਰੀ ਹੋ ਲੈਂਦੇ। ਉਸ ਗੱਲ ਕੋਲੋਂ ਕਈ ਵਾਰੀ ਵਿਚਾਰ ਇੱਦਾਂ ਦੀ ਚੱਲਦੀ, ਆਪਾਂ ਜਕਾਰਾ ਛੱਡਦੇ ਤਾਂ ਗੱਲ ਕਿਸੇ ਪਾਸੇ ਨਹੀਂ ਹੁੰਦੀ। ਆਪੋ ਸਾਨੂੰ ਇਸ ਕਰਕੇ ਉਹ ਕਹਿੰਦਾ ਗੱਲ ਸੁਣ, ਪੈਸੇ ਲੈ ਲਈ ਤੂੰ ਕਾਲੀ ਨਹੀਂ ਪਈ ਜਾਂਦਾ। ਕਾਲੀ ਦਾ ਕੰਮ ਸ਼ੈਤਾਨ ਦਾ ਏ, ਸ਼ਾਂਤੀ ਦਾ ਕੰਮ ਸੰਤ ਦਾ ਏ। ਸਭ ਤੋਂ ਪਿਆਰੇ ਉਹ ਇਨਸਾਨ ਲੱਗਦੇ ਜਿਹੜੇ ਕਾਲੀ ਨਹੀਂ ਪੀਂਦੇ, ਪ੍ਰੇਮ ਦੇ ਨਾਲ ਚੱਲਦੇ, ਹੌਲੀ ਹੌਲੀ ਹੱਥ ਵਾਲੀ ਚਾਲ ਕੁੱਤੇ ਭੌਂਕਦੇ ਹੁੰਦੇ, ਹੱਥੀ ਥੋੜਾ ਫਰਕ ਪੈਂਦਾ। ਉਹ ਆਪਣੀ ਮਸਤੀ 'ਚ ਤੁਰਿਆ ਜਾਂਦਾ, ਉਹ ਗਲਾ ਭਾਲੇ ਤੇ ਭੌਂਕ ਕੇ। ਉਹ ਕਹਿਣ ਲੱਗਾ ਵੀ 2 ਕਿਲੋ ਦਹੀਂ ਤੇ ਕਿਲੋ ਹਜ਼ਾਰਾ ਦੋਨੋਂ ਸਮਝ ਲੱਗੇਗੀ। ਕਹਿੰਦਾ ਤੂੰ ਰੋਜ਼ ਪਾ ਕੇ ਆਉਣਾ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ। ਇਹਦਾ ਚਲੋ ਭਰਾਵਾ ਮੰਨ ਲੈਂਦੇ। ਘਰ ਵਾਲੀ ਵੀ ਗਾਲਾਂ ਕੱਢੇ ਵੀ ਕਿਹਦੇ ਨੇ ਕੰਮੇ ਦੇ ਆਖੇ ਲੱਗਿਆ, ਬੱਚੇ ਭੁੱਖੇ ਆ, ਦੁੱਧ ਤੂੰ ਰੁੱਖਾਂ ਨੂੰ ਨਹੀਂ ਪਾਉਂਦੇ ਆ। ਕਹਿੰਦਾ ਕੋਈ ਬੰਦੇ ਨੇ ਕਹਿਦਾ ਚਲੋ ਪੈਸੇ ਦਊ। ਕਹਿੰਦਾ ਕਿੰਨਾ ਚਿਰ? ਕਹਿੰਦੇ 25-30 ਦਿਨ ਪਾ ਦੇ। ਹੁਣ ਜਿਹਦਾ ਅੰਮ੍ਰਿਤਸਰ ਨੇ ਕੀ ਵੇਖਿਆ ਵੀ ਉਹ
ਸਵੇਰੇ ਸਵੇਰੇ ਇੱਦਾਂ ਹੱਥ ਜੋੜ ਕੇ ਤੇ ਦਹੀਂ ਪਾਉਣ ਲਿਆ। ਉਹ ਵੀ ਆ ਗਿਆ, ਕਹਿੰਦਾ ਇਹ ਕੀ ਕਰਨਾ? ਕਹਿੰਦਾ ਸੱਜਣਾ ਮੈਨੂੰ ਮਾਫ ਕਰੀ, ਮੈਂ ਤਾਂ ਭੁੱਲ ਗਿਆ ਵੀ ਰੁੱਖ ਕਿੰਨੇ ਕੀਮਤੀ ਆ, ਕਿੰਨੀ ਆਕਸੀਜਨ ਦਿੰਦੇ, ਕਿੰਨਾ ਫਲ ਦਿੰਦੇ। ਮੈਂ ਤਾਂ ਐਵੇਂ ਪੁੱਟਣ ਨੂੰ ਫਿਰਦਾ ਸੀ, ਆਪਾਂ ਤੇ ਸਕੇ ਭਰਾ ਏ। ਆ ਦੋ ਬੋਲ ਪਿਆਰ ਦੇ ਬੋਲੇ ਤੇ ਜਿਹੜਾ ਕਹਿੰਦਾ ਸੀ ਤੂੰ ਹੱਥ ਲਾ ਤੈਨੂੰ ਮੈਂ ਦੱਸਣਾ, ਤੇ ਕਹਿੰਦਾ ਉਹਦਾ ਤਾਂ ਅੰਦਰ ਠੰਡਾ ਹੋ ਗਿਆ। ਕਹਿੰਦਾ ਵਾਕਈ ਤੈਨੂੰ ਸਮਝ ਆ ਗਈ, ਚਲ ਵਧੀਆ ਹੋ ਗਿਆ। ਕਹਿੰਦਾ ਇਹ ਕੀ ਕਰਨਾ? ਕਹਿੰਦਾ ਪੂਜਾ ਕਰਨਾ, ਦਰਖਤ ਦੀ ਪੂਜਾ ਕਰਦਾ ਏ। ਉਸ ਵੇਲੇ ਉਹ ਵੀ ਖੁਸ਼ ਹੋ ਗਿਆ ਕਿ ਇਹ ਤਾਂ ਰੋਜ਼ ਆਉਂਦਾ ਏ। ਉਹ ਆਪਣਾ ਕੰਮ ਕਰੀ ਗਿਆ। ਜਦੋਂ 15-16 ਦਿਨ ਦਹੀਂ ਤੇ ਸ਼ੱਕਰ ਪੈਂਦਾ ਰਿਹਾ, ਜਿੰਨੇ ਕੀੜੇ ਕੀੜੀਆਂ ਸੀ ਦਰਖਤ ਦੇ ਥੱਲੇ ਇਕੱਠੇ ਹੋ ਗਏ। ਉਹਨਾਂ ਨੇ ਜੜ੍ਹਾਂ ਦੇ ਵਿੱਚੋਂ ਮਿੱਟੀ ਕੱਢ ਕੱਢ ਕੇ ਤੇ ਜੜ੍ਹਾਂ, ਇਧਰੋਂ ਚੜਿਆ ਬੱਦਲ ਸੌਣ ਦਾ ਮਹੀਨਾ, ਆਈ ਹਨੇਰੀ ਤੇ ਅੰਬ ਮੁਰਦੇ ਨੂੰ ਪਿਆ। ਹੁਣ ਜਿਹਨੇ ਤਰੀਕਾ ਦੱਸਿਆ ਸੀ ਆਪਣੇ ਮੁੱਖ ਤੇ ਹੱਥ ਫੇਰ ਕੇ ਕਿਹਦਾ ਸੁਣਾ? ਕਹਿੰਦਾ ਵਾਕਿਆ ਹੋਏ ਜਿਸ ਦਰਖਤ ਨੂੰ ਪੁੱਟ ਕੇ ਬੰਦੇ ਮਰਦੇ ਸੀ ਤੂੰ ਜੱਫੀ ਪਾ ਕੇ ਬਤਾਦਾ। ਕਹਿੰਦੇ ਨੂੰ ਨੀਤੀ ਕਹਿੰਦੇ ਆ। ਤੇ ਉਹ ਜਿਹੜਾ ਪੁੱਟਿਆ ਸੀ ਉਹ ਵੀ ਆਇਆ ਤੇ ਉਹ ਕਹਿੰਦਾ ਹਟਣਾ ਨਹੀਂ ਤੂੰ, ਅੱਜ ਫੇਰ ਕੋਲਾ ਲੈ ਕੇ ਜਾ। ਤੇ ਨਾਲੇ ਰੋਈ, ਜਦੋਂ ਪੁੱਛੂਗਾ ਤੇ ਤੂੰ ਆਖੀ ਮੈਂ ਪੂਜਾ ਕਰਨੀ ਹੈ, ਇਹ ਅੰਬ ਟੁੱਟ ਗਿਆ। ਤੇ ਉਹ ਜਿਹਨੇ ਜਿਹਦਾ ਸੀ ਉਹ ਆ ਕੇ ਕਹਿੰਦਾ ਚੁੱਪ ਕਰ ਮੇਰਾ ਵੀ, ਰੋਣਾ ਨਹੀਂ, ਆਪਾਂ ਹੋਰ ਲਾ ਲਾਂਗੇ। ਤੇ ਵਾਪਸ ਆ ਕੇ ਉਹਨੂੰ ਕਹਿੰਦਾ ਤੈਨੂੰ ਤਾਂ 21 ਤੋਪਾਂ ਦੀ ਸਲਾਮੀ ਹੋ ਸੱਜਣਾ, ਤੇਰੀ ਨੀਤੀ ਕੰਮ ਕਰ ਗਈ, ਮਾਫ ਕਰਿਓ, ਅੱਜ ਇਹੋ ਹੀ ਨੀਤੀ ਤੁਹਾਡੇ ਘਰਾਂ ਚ ਪਾਤੀ ਹੈ। ਪੁੱਛੋ ਰਿਜ਼ਲਟ ਨਿਕਲਿਆ ਸਾਖੀ ਦਾ? ਰਿਜ਼ਲਟ ਇਹ ਨਿਕਲਿਆ ਕਿ ਜਿਹੜੇ ਸਿੱਖੀ ਦੇ ਦੁਸ਼ਮਣ ਸੀ ਨਾ, ਉਹਨਾਂ ਤੁਹਾਡੇ ਹਰਿਮੰਦਰ ਸਾਹਿਬ ਨੂੰ ਢਵਾਇਆ, ਤੁਸੀਂ ਨਹੀਂ ਮੁੱਕੇ। ਉਹਨਾਂ ਤੁਹਾਡੇ ਸਰੋਵਰ ਪੂਰੇ, ਤੁਸੀਂ ਨਹੀਂ ਮੁੱਕੇ। ਉਹਨਾਂ ਤੁਹਾਡੇ ਗੁਰੂ ਗ੍ਰੰਥ ਸਾਹਿਬ ਨੂੰ ਅੱਗਾਂ ਲਾ ਲਈਆਂ, ਤੁਸੀਂ ਨਹੀਂ ਮੁੱਕੇ। ਉਹਨਾਂ ਤੁਹਾਡੀਆਂ ਭੈਣਾਂ ਦੇ ਬੱਚੇ ਟੋਟੇ ਕਰ ਕਰਕੇ ਗਲਾਂ ਝਾੜ ਪਾਤੇ, ਤੁਸੀਂ ਉਹਨਾਂ ਤੁਹਾਨੂੰ ਕਿਰਖਣੀਆਂ ਤੇ ਚੜਾਤਾ, ਤੁਸੀਂ ਨਹੀਂ ਮੁੱਕੇ। ਤੇ ਉਹਨਾਂ ਨੇ ਫਿਰ ਨੀਤੀ ਖੇਦੀ ਕਹਿਣ ਲੱਗੇ ਜੇ ਗੁਰਦੁਆਰਾ ਢਾਉਣੇ ਤੇ ਟੋਕਰੀਆਂ ਲੈ ਕੇ ਨਵਾਂ ਬਣਾ ਲੈਂਦੇ, ਜੇ ਸਰੋਵਰ ਪੂਰਦੇ ਆ ਤੇ ਇਹ ਫੇਰ ਸੰਗਤ ਲਾ ਕੇ ਮਿੱਟੀ ਕੱਢ ਲੈਂਦੇ ਆ। ਜੇ ਇਹਨਾਂ ਦਾ ਗੁਰੂ ਗ੍ਰੰਥ ਸਾਹਿਬ ਅਸੀਂ ਸਾੜਦੇ ਆ ਤੇ ਇੱਕ ਗੁਰੂ ਗ੍ਰੰਥ ਸਾਹਿਬ ਸੜਦਾ ਏ, 5 ਗੁਰੂ ਗ੍ਰੰਥ ਸਾਹਿਬ ਹੋਰ ਨਵੇਂ ਛਪ ਜਾਂਦੇ ਨੇ। ਇਹਨਾਂ ਨੂੰ ਮਾਰੀਏ ਕਿੱਦਾਂ? ਇਹ ਕੌਮ ਮਾਰਨੀ ਕਿੱਦਾਂ ਆਪਾਂ? ਫਿਰ ਕਿਸੇ ਨੀਤੀ ਵਾਲੇ ਨੇ ਕਿਹਾ ਗੁਰਦੁਆਰੇ ਨਾ ਤੋੜੋ, ਸਰੋਵਰ ਨਾ ਪੂਰੋ, ਇਹਨਾਂ ਦੇ ਗ੍ਰੰਥ ਨੂੰ ਨੁਕਸਾਨ ਨਾ ਕਰੋ। ਏਦਾਂ ਦੀ ਨੀਤੀ ਖੇਡੋ ਕਿ ਇਹਨਾਂ ਦੀ ਆਉਣ ਵਾਲੀ ਜਨਰੇਸ਼ਨ ਦੇ ਵਿੱਚ ਗੁਰੂ ਪ੍ਰਤੀ ਨਫ਼ਰਤ ਹੀ ਨਹੀਂ ਭਰ ਦਿਓ ਕਿ ਉਹ ਮੱਥਾ ਟੇਕਣ ਆਉਣਾ। ਭਰਦੀ ਹੱਥਾਂ 'ਚ ਮੋਬਾਈਲ ਫੜਾ ਤੇ 24 ਘੰਟੇ ਗੰਦਗੀ, ਤੇ ਹਰ ਬੰਦਾ ਸਵਾਲ ਕਰਦਾ ਜੀ ਚੋਲਾ ਕਿਉਂ ਚੜਾਈਦਾ, ਚੌਲ ਕਿਉਂ ਕਰੀਦਾ, ਪੌੜੀ 'ਚ ਕਾਹਤੋਂ ਇਸ਼ਨਾਨ ਕਰੀਦਾ। ਆਹ ਚੀਜ਼ ਤਾਂ ਉਹ ਚਾਹੁੰਦੇ ਸੀ ਵੀ ਇਹਨਾਂ ਦੇ ਗੁਰਧਾਮ ਢਾਇਆ ਨਹੀਂ, ਇਹਨਾਂ ਮੁਕਣਾ, ਇਹਨਾਂ ਦੇ ਦਿਲਾਂ 'ਚੋਂ ਕੱਢ ਦਿਓ ਸਖੀ। ਅੱਜ ਵੇਖੋ ਹਰ ਕੋਈ ਜਿਹਦੇ ਇਤਨੇ ਨੂੰ ਕਾਹਤੋਂ ਕਰੀਦਾ, ਰੋਜ਼ ਇੱਕੇ ਬਾਣੀ ਨੂੰ ਪੜ੍ਹੀ ਜਾਣਾ, ਰੋਜ਼ ਗੁਰਦੁਆਰੇ ਆਈ ਜਾਣਾ। ਇਹ ਗੱਲਾਂ ਕੌਣ ਕਰਦਾ? ਆਪਣੇ ਬੱਚੇ। ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਆਹ ਸਵਾਲ ਕਰਦੀ ਹੈ ਜਿਨ੍ਹਾਂ ਦਾ ਜਵਾਬ ਆਪਣੇ ਕੋਲ ਕੋਈ ਨਹੀਂ। ਹੁਣ ਇੱਧਰ ਗੁਰੂ ਨਾਨਕ ਸਾਹਿਬ ਨੇ ਕੱਲ ਸਵਾਲ ਕਰਤਾ ਪੰਡਤ ਨੂੰ ਵੀ ਜਨੇਊ ਕਾਹਤੋਂ ਪਾਈਦਾ, ਇਹਦਾ ਕੀ ਮਤਲਬ ਹੈ? ਤੇ ਉਹਨਾਂ ਨੂੰ ਵੀ ਜਵਾਬ ਕੋਈ ਨਹੀਂ ਆਉਣਾ। ਇਸ ਕਰਕੇ ਇਹ ਨੀਤੀ ਅੱਜ ਸਾਡੇ 'ਚ ਕੰਮ ਕਰ ਗਈ। ਉਹਨਾਂ ਨੇ ਆਪਣੇ ਏਜੰਟ, ਆਪਣੇ ਬੰਦੇ ਸਾਡੀਆਂ ਸੰਸਥਾਵਾਂ ਦੇ ਵਿੱਚ ਭਰਤੀ ਕੀਤੇ। ਗੁਸਤਾਖੀ ਦੀ ਮਾਫੀ ਦੂਰ ਦੂਰ ਤੱਕ ਸੰਗਤਾਂ ਵੇਖਣਗੀਆਂ। ਸੱਚ ਹੈ ਵੀ ਜਿੰਨੀਆਂ ਸਾਡੀਆਂ ਧਾਰਮਿਕ ਸੰਸਥਾਵਾਂ ਸੀ ਨਾ, ਚਾਹੇ ਉਹ ਆਹ ਸੰਸਥਾ ਹੈ, ਚਾਹੇ ਉਹ ਟਕਸਾਲ ਹੈ, ਚਾਹੇ ਉਹ ਠਾਠ ਹੈ, ਚਾਹੇ ਉਹ ਡੇਰਾ ਹੈ, ਹਰ ਮਹਿਕਮੇ ਦੇ ਵਿੱਚ ਉਹਨਾਂ ਦੇ ਬੰਦੇ ਆ ਕਿ ਉਹ ਕੋਈ ਨਾ ਕੋਈ ਆਏ ਦਿਨ ਇੱਦਾਂ ਦਾ ਕੰਮ ਕਰ ਦਿੰਦੇ। ਕਰਦਾ ਉਹ ਹੈ ਤੇ ਕੌਮ ਸਾਰੀ ਬਦਨਾਮ ਹੋ ਜਾਂਦੀ ਹੈ। ਹੁਣ ਜਿਹੜਾ ਬੰਦਾ ਟੇਬਲ ਤੇ ਬਹਿ ਕੇ ਗਾਤਰਾ ਪੂਰੀ ਪਾ ਕੇ ਚੱਕਰ ਲਾ ਕੇ ਤੇ ਬੋਤਲ ਰੱਖ ਕੇ ਮਾਸ ਤੇ ਵੀਡੀਓ ਬਣਾਉਂਦੇ ਆ, ਤੁਹਾਨੂੰ ਕੀ ਲੱਗਦਾ ਸਿੱਖ ਹੋਊਗਾ? ਇਮਾਨਦਾਰੀ ਨਾਲ ਦੱਸਿਓ। ਚਲੋ ਜੇ ਕੋਈ ਕਰਦਾ ਵੀ ਹੋਊਗਾ ਤੇ ਉਹ ਕਦੇ ਵੀ ਟੇਬਲ ਤੇ ਬਹਿ ਕੇ ਮੂਵੀ ਨਹੀਂ ਬਣਾਊਗਾ। ਉਹ ਕੌਣ ਨੇ? ਉਹ ਤੁਹਾਡੇ ਦੁਸ਼ਮਣ ਹੈ ਜਿਹੜੇ ਕਹਿੰਦੇ ਆ। ਵੇਖਿਆ ਵੀਡੀਓ ਵੀ ਆਈ, ਮੁੰਡੇ ਬੰਦਿਆਂ ਗਾਤਰੇ ਪਾਈ। ਉਹ ਬੰਦੇ ਕਹਿੰਦੇ 40 ਦੀ ਕਿਰਪਾਨ ਖਰੀਦੋ, 300 ਦੀ ਪੱਗ ਲੈ ਲਓ, 400 ਦਾ ਕੁੜਤਾ ਲੈ ਲਓ, ਉੱਪਰ ਦੀ ਪਾ ਕੇ ਵੀਡੀਓ ਟੇਬਲ ਤੇ ਬਣਾ ਦਿਓ, ਕਿਉਂਕਿ ਇਸ ਕੌਮ ਦਾ ਪਿਆਰ ਹੈ। ਮੱਤ ਤੇ ਜਾਨ ਵਾਰ ਦਿੰਦੇ ਆ।
ਜਦੋਂ ਇਹਨਾਂ ਦੇ ਬੱਚੇ ਵੀਡੀਓ ਵੇਖਣਗੇ ਅੰਮ੍ਰਿਤ ਛਕ ਕੇ ਇੱਦਾਂ ਕਰਦੇ ਸਿੱਖ, ਉਹਨਾਂ ਦਾ ਜਿਹੜਾ ਅੰਦਰ ਉਹ ਟੁੱਟ ਜਾਵੇਗਾ। ਇਹ ਹੋਇਆ ਏਦਾਂ ਹੀ ਹੈ ਸਾਡੇ ਨਾਲ। ਖੁਦ ਕੁਲਦੀਪ ਬਰਾੜ ਲੈਫਟੀਨੈਂਟ ਜਨਰਲ ਸੀ ਆਰਮੀ ਦਾ, ਜਦੋਂ ਹਮਲਾ ਹੋਇਆ ਉਹ ਕਹਿੰਦਾ ਸੀ ਵੇਖਿਆ ਕਿ ਇਹ ਸੰਤ ਜਰਨੈਲ ਸਿੰਘ ਨੂੰ ਪਿਆਰ ਬੜਾ ਕਰਦੀ ਸੀ। ਜੁਗਰਾਜ ਸਿੰਘ ਤੂਫਾਨ ਵਰਗਿਆਂ ਦਾ ਨਾਮ ਰੱਖਿਆ ਗਿਆ 30 ਲੱਖ ਰੁਪਇਆ, ਪਰ ਕੋਈ ਵੀ ਪਿੰਡ ਚ ਉਹਨਾਂ ਨੂੰ ਫੜਾਉਣ ਲਈ ਤਿਆਰ ਨਹੀਂ, ਕਿਉਂਕਿ ਉਹਨਾਂ ਗਰੀਬਾਂ ਦੀਆਂ ਧੀਆਂ ਦੇ ਵਿਆਹ ਕੀਤੇ, ਗਰੀਬਾਂ ਨੂੰ ਦਵਾਈ ਦਿੱਤੀ, ਛੱਤ ਪਾ ਕੇ। ਉਹ ਕਹਿੰਦੇ ਵੀ ਕੌਮ ਇਹਨਾਂ ਦਾ ਸਾਥ ਦਿੰਦੀ ਹੈ, ਇਹਨਾਂ ਨੂੰ ਖਤਮ ਕਿੱਦਾਂ ਕਰੀਏ। ਉਹ ਕਹਿੰਦੇ ਸਿੱਖ ਕੌਮ ਇੱਕ ਏਦਾਂ ਦੀ ਕੌਮ ਹੈ, ਇਹਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਹਰਾ ਸਕਦੀ। ਅੱਜ ਵੀ ਤੁਸੀਂ ਵੇਖਿਆ ਜੇ ਹਾਕੀ ਦੀ ਟੀਮ ਕਿਸੇ ਨਕਸ਼ੇ ਦੇ ਵਰਲਡ ਦੇ ਵਿੱਚ ਗਈ ਹੈ ਤੇ ਉਹ ਸਰਦਾਰ ਅਰਦਾਸ ਕਰਦਾ ਵੇਖਿਆ, ਉਹਦੇ ਸਿਰ ਤੇ ਪਟਕਾ ਵਜਾ, ਕਿੰਨੀ ਭੇਜ ਕੇ ਅਰਦਾਸ, ਉਹ ਵੀਡੀਓ ਵਾਰ-ਵਾਰ ਮੋਬਾਈਲਾਂ ਤੇ ਵਾਇਰਲ ਹੋ ਰਹੀ ਹੈ। ਕਿੱਦਾਂ ਉਹ ਪਸੀਨੇ ਨਾਲ ਭਰਿਆ ਤੇ ਅਰਦਾਸ ਕਰ ਰਿਹਾ। ਇਹਦਾ ਮਤਲਬ ਅਰਦਾਸ ਹੈ, ਵਾਹਿਗੁਰੂ ਸੁਣਦਾ ਏ। ਜਿਨ੍ਹਾਂ ਨੂੰ 2% ਵਾਲੇ ਕਹਿੰਦੀ ਸੀ ਸਰਕਾਰ, ਅੱਜ 2% ਵਾਲਿਆਂ ਨੇ ਇੰਡੀਆ ਦੇ ਵਿੱਚ ਆਪਣਾ ਨਕਸ਼ਾ ਬਣਾ ਕੇ ਰੱਖਿਆ। ਇਹੀ ਕਾਰਨ ਨਹੀਂ ਚਾਹੁੰਦੇ। ਉਹ ਕਹਿੰਦੇ ਫਿਰ ਅਸੀਂ ਸੋਚਿਆ ਵੀ ਇਹ ਕੌਮ ਮਰਦੀ ਨਹੀਂ ਕਿਸੇ ਤੋਂ, ਇਹ ਕਿੱਦਾਂ ਮਰੇ। ਉਹ ਕਹਿੰਦੇ ਇਹਨੂੰ ਆਪਣੇ ਮਾਰ ਸਕਦੇ। ਸਿੱਖ ਨੂੰ ਸਿੱਖ ਨਾ ਮਾਰੇ ਤੇ ਕੌਮ ਕਦੇ ਨਾ ਹਾਰੇ। ਅੱਜ ਯਾਦ ਰੱਖਿਓ, ਕਿਸੇ ਪਿੰਡ ਦੇ ਵਿੱਚ 4-5 ਮੰਦਰ ਨਹੀਂ ਹੋਣਗੇ, ਇੱਕ ਹੋਊਗਾ। ਕਿਸੇ ਕਸਬੇ ਵਿੱਚ ਮਸਜਿਦ 5-6 ਨਹੀਂ ਹੋਣਗੀਆਂ। ਬੋਲੋ, ਇੱਕ ਪਿੰਡ ਦੀ ਗੁਰਦੁਆਰੇ ਕਿੰਨੇ ਆ? 15। ਹਾਂਜੀ, ਤੇ ਭਾਈ 15 ਕਿੱਥੋਂ ਲਿਆਉਣੇ? ਆਪੋ ਸਤਨਾਮ। ਇਸ ਕਰਕੇ ਮਾਰੀ ਕਿਰਪਾ ਕਰਿਓ। ਤੇ ਆਪ ਲਿਖਿਆ ਕਹਿੰਦਾ 7000 ਟੌਟ ਅਸੀਂ ਸੱਦਿਆ, ਉਹਨਾਂ ਨੂੰ ਜੋੜੇ ਪਵਾਏ, ਉਹਨਾਂ ਨੂੰ ਗੋਲ ਦਸਤਾਰਾਂ ਬਣਾਈਆਂ, ਉੱਪਰ ਦੀ ਸ੍ਰੀ ਸਾਹਿਬ ਪਵਾਏ ਤੇ ਉਹਨਾਂ ਦੀ ਮੀਟਿੰਗ ਰੱਖੀ ਗਈ। ਤੇ ਮੀਟਿੰਗ ਦੇ ਵਿੱਚ ਉਹਨਾਂ ਨੂੰ ਅਸੀਂ ਆਖਿਆ ਵੀ ਤੁਸੀਂ ਇਸ ਬਾਣੀ ਨੂੰ ਬਦਨਾਮ ਕਰੋ। ਜਿੰਨਾ ਵੀ ਰੱਜ ਕੇ ਹੁੰਦਾ ਵੀ ਇਸ ਕੌਮ ਦੇ ਆਉਣ ਵਾਲੇ ਬੱਚਿਆਂ ਦੇ ਅੰਦਰੋਂ ਗਾਤਰੀ ਵਾਲੇ ਨੂੰ ਵੇਖ ਕੇ ਨਫ਼ਰਤ ਪੈਦਾ ਹੋਈ, ਪੱਗਬੰਦੀ ਵਾਲੇ ਨੂੰ ਵੇਖ ਕੇ ਨਫ਼ਰਤ ਪੈਦਾ ਕਰਨ ਦੀ ਤਿਆਰੀ ਕੀਤੀ ਹੈ। ਅੱਜ ਸਾਡੀਆਂ ਬੱਚੀਆਂ ਖੁਦ ਕਹਿ ਰਹੀਆਂ ਕਿ ਪਾਪਾ ਮੰਮਾ ਜੀ ਦੀ ਦਾੜੀ ਮੈਂ ਉਹਦੇ ਨਾਲ ਮੈਚ ਨਹੀਂ ਕਰਦੀ। ਸਿੱਖ ਦੀ ਧੀ ਕਹਿ ਰਹੀ ਹੈ। ਤੇ ਕਮਾਲ ਦੀ ਗੱਲ, ਫਿਰ ਆਪਾਂ ਡੁੱਬਦੇ ਉਦੋਂ ਹੀ ਗਏ ਕਿ ਜਦੋਂ ਆਪਣੇ ਘਰਾਂ ਦੇ ਬੱਚੇ ਜਿਨ੍ਹਾਂ ਨੇ ਟੋਟੇ ਕਰਾਏ। ਮੈਂ ਸਵੇਰੇ ਵੀ ਕਥਾ ਚ ਜ਼ਿਕਰ ਕੀਤਾ ਸੀ ਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਸਾ ਦੇ ਕੰਢੇ ਤੋਂ ਨਿਕਲੇ ਤੇ ਗੋਲੀ ਲੱਗ ਗਈ ਸੀ ਬਾਬਾ ਬਚਿੱਤਰ ਸਿੰਘ ਨੂੰ, ਤੀਰ ਤਲਵਾਰਾਂ ਵੀ ਲੱਗ ਗਈਆਂ ਤੇ ਨਿਹੰਗ ਖਾਨ ਦੇ ਘਰ ਪਹੁੰਚੇ। ਬੜਾ ਪ੍ਰੇਮੀ ਸੀ ਗੁਰੂ ਦਾ ਤੇ ਕਹਿਣ ਲੱਗਾ ਸਤਿਗੁਰੂ ਕੋਈ ਸੇਵਾ ਗਰੀਬ ਨੂੰ ਦੱਸੋ। ਮਹਾਰਾਜ ਕਹਿੰਦੇ ਸੇਵਾ ਇਹ ਆ, ਨਿਹੰਗ ਖਾਨ ਆ ਮੇਰਾ ਪੁੱਤ ਹੈ ਬਚਿੱਤਰ ਸਿੰਘ, ਜਿਹੜਾ ਕਿਸੇ ਵਕਤ ਹਾਥੀ ਨਾਲ ਲੜਿਆ ਸੀ। ਅੱਜ ਇਹਦੇ ਸਰੀਰ ਤੇ ਜ਼ਖਮ ਭਰ ਆਏ। ਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੇ ਬਾਬਾ ਅਜੀਤ ਸਿੰਘ ਜੀ ਨੇ ਮਗਰ ਜਾ ਕੇ ਚੁੱਕ ਕੇ ਘੋੜੇ ਦੇ ਅੱਗੇ ਰੱਖਿਆ ਸੀ ਨਾ, ਤੇ ਘੋੜਾ ਜਦੋਂ ਭਜਦਾ ਸੀ ਤੇ ਝੋਕੇ ਵੱਜ-ਵੱਜ ਕੇ ਉਹਦਾ ਸਾਰਾ ਬਲੱਡ ਜਿਹੜਾ ਵਿਚੜ ਗਿਆ। ਆਪਾਂ ਉਹਨਾਂ ਦੇ ਬੱਚੇ ਆ ਕਿ ਆਪਣਾ ਖੂਨ ਪਾਣੀ ਨਾ ਬਣ ਜੇ। ਮੈਂ ਤਾਂ ਅੱਜ ਥੋੜਾ ਜਿਹਾ ਵਿਸ਼ਾ ਲੈ ਲਿਆ, ਅੱਜ ਗੁਰੂ ਕੇ ਬਾਗ ਦਾ ਮੋਰਚਾ ਹੈ 2400 ਨੇ। ਤੋ ਇਸ ਕਰਕੇ ਜਿੰਨੇ ਚਿਰ ਨੂੰ ਰੋਪੜ ਤੋਂ ਟੱਪ ਕੇ ਕੋਟਲੇ ਪਹੁੰਚੇ, ਭਾਈ ਬਚਿੱਤਰ ਸਿੰਘ ਦਾ ਸਾਰੇ ਦਾ ਸਾਰਾ ਲਹੂ ਵਗ ਚੁੱਕਾ ਹੈ। ਕੁਨਾਲਿਆਂ ਦੀ ਤਾਂ ਘੋੜੇ ਦੇ ਨਾਲ ਝੜਕੇ ਵੱਜ-ਵੱਜ ਕੇ ਮਹਾਰਾਜ ਸਾਹਿਬ ਜੀ ਦੇ ਮੱਥਾ ਚੁੰਮ ਕੇ ਆਖਿਆ ਨੇ ਆਖਾਂ ਇਹਨੂੰ ਮੇਰਾ ਪੁੱਤ ਸਮਝ ਕੇ ਸੇਵਾ ਕਰਵਾਲਾ। ਬਚ ਗਿਆ ਤਾਂ ਵੀ ਤੇਰਾ, ਜੇ ਚਲੇ ਗਿਆ ਤਾਂ ਰੱਬ ਦਾ ਪਿਆਰਾ। ਇਹਨਾਂ ਕਹਿ ਕੇ ਮਹਾਰਾਜ ਨੇ ਉੱਥੇ ਜਲ ਪਾਣੀ ਛਕਿਆ ਤੇ ਘੋੜਿਆਂ ਦੀਆਂ ਖਿੱਚੀਆਂ ਰਕਾਬਾਂ ਕੱਬਾਂ ਤੇ ਭਾਰ ਪਾ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਮਾਹੌਲ ਵੱਲ ਨੂੰ ਵੱਧ ਗਏ। ਇੱਧਰੋਂ ਪਿੱਛੋਂ ਕਿਸੇ ਨੇ ਚੁਗਲੀ ਕੀਤੀ ਤੇ ਸਿਪਾਹੀ ਆ ਗਏ। ਮੈਂ ਤੁਹਾਨੂੰ ਚੇਤਾ ਕਰਾਉਣ ਲੱਗਾ ਵੀ ਸਿੱਖੀ ਕੀ ਹੈ। ਅੱਜ ਕੀ ਹੁੰਦਾ ਜਾਂਦਾ ਤੁਹਾਡੇ ਬੱਚੇ ਬੱਚੀਆਂ ਨੂੰ ਜਿਹੜੇ ਆਪਣੇ ਮੂੰਹ ਸਿੱਖੀ ਨੂੰ ਨਫ਼ਰਤ ਕਰ ਰਹੇ। ਗਾਤਰੇ ਵਾਲੇ ਨੂੰ ਵੇਖ ਕੇ ਆਪਾਂ ਟੀਚਰ ਕਰ ਦਿੰਦੇ ਇੰਨੀ ਨਫ਼ਰਤ ਬਹੁਤ ਮਹਿੰਗੇ ਮਿਲੇ ਨੇ। ਕਿਤੇ ਇਤਿਹਾਸ ਪੜ੍ਹ ਕੇ ਦੇਖਿਓ ਤੇ ਕਾਰਨ ਕੀ ਉਹਨਾਂ ਦੀ ਸਿਆਸਤ ਹੈ ਨਾ, ਉਹ ਬਦਨਾਮ ਕਰ ਦਿੱਤਾ। ਇੰਨਾ ਕੁ ਯਕੀਨ ਨਹੀਂ ਕੋਈ ਕਰਦਾ। ਮੈਂ ਕਈ ਬੰਦੇ ਕਹਿਣਾ ਨਹੀਂ ਚਾਹੁੰਦਾ ਲਾਈਵ ਹੈ ਆਪਣੇ ਮੂੰਹ ਚੋਂ ਕਹਿੰਦੇ ਜਿੰਨਾ ਅੰਮ੍ਰਿਤ ਛਕੇ ਵਾਲਾ, ਵੱਡੇ ਦਾੜੇ ਵਾਲਾ ਤੇ ਪੱਗ ਵਾਲਾ ਇਹ ਸ਼ਬਦ ਮੈਂ ਦਰਖਤ 'ਚ ਰੱਖਦਾ ਹੈ, ਉਹਨਾਂ ਕੋਈ ਹੋਰ ਨਹੀਂ। ਬਹੁਤ ਬੁਰਾ ਹਾਲ ਹੈ। ਹੋ ਸਕਦਾ ਕਿ ਕਿੰਨਾ ਕੁ ਬੰਦਗੀ 'ਚ ਰੱਖਿਆ ਹੋਵੇ, ਪਰ ਯਕੀਨ ਉੱਠ ਗਿਆ ਨਾ। ਇਸ ਕਰਕੇ ਕਹਿੰਦੇ ਨੇ ਨਾਲ ਮੰਤਰਾਂ ਨਹੀਂ ਮਿਸਾਲ ਬਲਦੀ
तेल मुके तो दीवा हो बुझ जावे, लखां जतन करिए फेर नहीं पैंदा भांडे, जेड़ा दुध दरिया च पीता पीता हो जाती कबीलदारी, जेकर गंढ तफाक दी बार सिमट जाती कौम वो दुनिया के नक्शे तो, जिहदे बच्चियां नूं इतिहास अज भुल गया। माफ करियो, कोई परिवार है कि जिन्हों के घर च दर्द है सिक्खी का, ਧੀਆਂ ਦੇ ਤਨੇਵੀ ਹੈ 25 ਸਹਿਜ ਪਾਠ ਕੀਤੇ, ਇੱਥੇ ਬੈਠੇ ਵੇਲੇ ਮੈਂ ਨਾਂ ਨਹੀਂ ਲੈਂਦਾ, ਜਿਨ੍ਹਾਂ ਨੂੰ ਗੁਰੂ ਨੇ ਨਵਾਜਿਆ ਹੈ। ਕਿਉਂਕਿ ਸਿੱਖਿਆ ਦੀ ਵੀ ਥੋੜੀ ਜਿਹੀ ਕਮੀ, ਜਿੱਥੇ ਕੋਈ ਸੁਣਾਉਂਦਾ ਉੱਥੇ ਬੈਠਦੇ ਨਹੀਂ ਆਪਾਂ। ਵੈਸੇ ਬੰਦਾ ਬੈਠਾ ਹੋਵੇ ਕਿ ਸੱਟ ਤੇ ਵੱਜਦੀ ਹੈ। ਮੈਂ ਖੁਦ ਪਹਿਲਾਂ ਕੇਸ ਕਤਲ ਕਰਾਉਂਦਾ ਰਿਹਾ, ਦਾੜਾ ਵੀ ਜਦੋਂ ਕਿਤੇ ਇੱਦਾਂ ਬੈਠੇ ਸੀ ਸੱਟ ਵੱਜੀ ਨਾ ਸੁਣ ਕੇ, ਜਦੋਂ ਸੁਣਦੇ ਸੱਟ ਕੀ ਵੱਜੀ, ਸੁਣਦੇ ਤੇ 24 ਘੰਟੇ ਗੱਲ ਕੀ ਹੈ, ਗੱਡੀ 'ਚ ਵੀ ਡੀਜੇ, ਫੋਨ 'ਚ ਵੀ ਡੀਜੇ, ਤੇ ਕਮਰੇ 'ਚ ਵੀ ਕਈਆਂ ਨੇ ਬੜਾ ਸਿਸਟਮ ਲਾਇਆ ਚੰਗਾ ਮਹਿੰਗਾ ਲਿਆ ਕੇ, ਉੱਥੇ ਵੀ ਡੀਜੇ। ਜ਼ਿੰਦਗੀ ਦੇ ਵਿੱਚ ਤਾਂ ਗੰਦਗੀ ਭਰ ਗਈ ਤੇ ਚਿਹਰੇ ਤੇ ਨੂਰ ਕਿੱਥੋਂ ਲੱਭਦੇ ਆ, ਨਹੀਂ ਲੱਭਣਾ। ਇਸ ਕਰਕੇ ਬਾਰੇ ਕਿਰਪਾ ਕਰੇ, ਉਹ ਸਤਿਗੁਰੂ ਚਲੇ ਗਏ, ਪਿੱਛੋਂ ਫੌਜਾਂ ਆਈਆਂ ਤੇ ਕਹਿੰਦੇ ਤੁਹਾਡੇ ਘਰ ਗੁਰੂ ਗੋਬਿੰਦ ਸਿੰਘ ਆਏ ਸੀ। ਅੱਜ ਵਰਗਾ ਸਿੱਖ ਹੁੰਦਾ ਕਹਿੰਦਾ ਸਹੁੰ ਖਾਨਾ ਮੇਰੇ ਘਰ ਨਹੀਂ ਆਏ, ਨਿਹੰਗ ਕਹਿੰਦਾ ਆਏ ਸੀ। मेरा फर्ज है, मैं सच्चा मुसलमान है, कोई भी राहगीर जाता जाता मेरे घर आवे, मैं सच्चा मुसलमान होने के नाते उसकी सेवा करा। जे जो सजा देनी मैंने देनी है, ये तलाशी कराओ। सारा घर खोलते जो उस कमरे वाल गए ना जिथे भाई बचित्र सिंह पिया सी ते उसदी बेटी मुमताज, दरवाजा खोलन लगा, सिपाही ते निहंग खां कहंदा हथ ना लाइए, पिछां पैर पुटला, कहंदे क्यों इहदे ते की खजाना है? निहंग खां कहंदा इहदे विच मेरा धी जवाई पिया, शब्द वरत लिया मेरा। उत्थे मुसलमान बहुत कट्टण दे धर्म दे, कहंदा जे दरवाजे तो पैर अगे रखिया जां भरा भैणी जां मैं, वो डर गया, सिपाही मुड़ गए। कुछ समा होया ते भाई साहब जी काल चलाना कर गए, उनके लहू सारा ही निकल गया। वो तक गुरु गोबिंद सिंह की गोदी चले गए आपां भी जाना, पता नहीं शुगर होनी, कैंसर होनी, कि एक्सीडेंट होना, कितने भी लिखी अपनी इतने मरना कि कनेडा अमेरिका जिथे सवास मुकने है, पर अपन गोदी नहीं मिलनी। जे गोदी लैनी तो फिर आज संगत ही दवा सकती है। देहो सज्जन असीसड़ियां, कई बंदे कहणगे बाबा जी खाओ पियो 4 दिन ऐश करो, हमारे बाणी च भी कहते खाना पीना हसना सौना, ये कर ला। ਧੀਆਂ ਦਾ ਹੋ ਗਿਆ 20-25 ਹੋਰ ਰਹਿ ਗਏ, ਕਰ ਲਾ ਜੇ ਨਹੀਂ ਕਰਨੀ ਹੈ, ਪਰ ਜਿੱਦਣ ਸਮਾਂ ਆਇਆ ਫਿਰ ਕਿੱਥੇ ਜਾਵੇਗਾ? ਹੈ ਕੋਈ ਤੈਨੂੰ ਅਗਲੇ ਪਾਸੇ ਸਾਂਭਣ ਵਾਲਾ? 84 ਲੱਖ ਜੂਨਾਂ ਦਾ ਗੇੜਾ ਹੈ। ਉਸ ਵੇਲੇ ਸਾਧ ਸੰਗਤ ਮਾਰੇ ਦਾ ਪਿਆਰਾ ਜੋਤੀ ਤੋਂ ਸਮਾਇਆ, ਬੰਦਗੀ ਵਾਲੇ ਕਹਿ ਰੱਬ ਦੇ ਘਰ ਤੇ ਉਹਨੇ ਸੰਸਕਾਰ ਕੀਤਾ। ਕੁਝ ਮਹੀਨੇ ਟਾਈਮ ਲੱਗਿਆ ਤੇ ਘਰ ਦੇ ਵਿੱਚ ਰਿਸ਼ਤੇਦਾਰ ਸੱਦੇ, ਮਠਿਆਈ ਆਈ ਤੇ ਉਹਦੀ ਬੇਟੀ ਕਹਿ ਲੱਗੀ ਅੱਬਾ ਜਾਨ की प्रोग्राम, ना ईद है ना बकरीद है, ये कादा प्रोग्राम है? कहता बेटी मुमताज छेती नवे कपड़े पाला, तेरी मंगनी है, तेरी एंगेजमेंट है, तेरा शौहर खवंद लभना है। उस बच्ची ने उच्ची आवाज में डॉक्टर कहती अब्बा जान थां थां पे बेटी नकाई नहीं जाती। कहते बेटा थां थां मतलब की होया? ਇਹਦੇ ਤੁਸੀਂ ਸੱਚੇ ਮੁਸਲਮਾਨ ਹੋ, ਇੱਕ ਵਾਰ ਬੇਟੀ ਦਾ ਨਿਕਾਹ ਕੀਤਾ ਜਾਂਦਾ ਹੈ। ਮੁਸਲਮਾਨ ਜਿਹੜੇ ਮਰਦ ਨੇ ਉਹ 5-6 ਵਿਆਹ ਕਰਾ ਸਕਦੇ, ਪਰ ਔਰਤਾਂ ਨਹੀਂ। ਜਿੱਥੇ ਹੋ ਗਿਆ ਉੱਥੇ ਕਹਿਣ ਲੱਗੇ ਵੀ ਬੇਟਾ ਤੇਰਾ ਅੱਗੇ ਕਦੋਂ ਨਿਕਾਹ ਹੋਇਆ ਏ? ਕਹਿੰਦੀ ਅੱਬਾ ਕਿੰਨਾ ਕੁ ਪਿਆਰ ਕਰਦਾ ਗੁਰੂ ਗੋਬਿੰਦ ਸਿੰਘ। ਇੱਕ ਪਾਸੇ ਕਹਿੰਦਾ ਸੀ ਤੂੰ ਮੇਰਾ ਮੁਰਸ਼ਿਦ ਹੈ, ਚੇਤਾ ਭੁੱਲ ਗਿਆ? ਯਾਦ ਕਰ ਬਾਪੂ ਜਿੱਦਣ ਗੁਰੂ ਗੋਬਿੰਦ ਸਿੰਘ ਆਪਣੇ ਵਿਹੜੇ 'ਚ ਆਇਆ ਸੀ, ਸਾਡੇ ਵੀ ਆਇਆ ਸੀ, ਪਰ ਦੂਏ ਢੋਲੇ ਇਹਦੇ ਮਾਰੇ ਚੱਜੋ ਬਾਰੇ ਬਾਤ ਸਾਡੇ ਘਰ ਦੇ ਵਿੱਚ ਤਾਂ ਸ਼ਰਾਬ ਹੈ, ਇੱਥੇ ਮਾਸ ਹੈ, ਇੱਥੇ ਪਤਤ ਹੋਣਾ ਹੈ। ਗੁਰੂ ਗੋਬਿੰਦ ਸਿੰਘ ਘੋੜਾ ਲੈ ਕੇ ਸਾਡੇ ਘਰ ਨਾਲ ਹੀ ਕਿਸੇ ਹੋਰ ਤੇ ਚੱਲੇ। ਜੇ ਅੱਜ ਗੁਰੂ ਗੋਬਿੰਦ ਸਿੰਘ ਆਪਣੇ ਘਰ ਆ ਕੇ ਆਪਣੀ ਠੇਜੀ ਖੋਲ ਲੈਣ, ਤੁਹਾਰੇ ਸੱਚੀ ਰੋਗੀ ਨਾ ਆਪਣੇ ਘਰ ਹੋਏ ਤੁਹਾਡੇ ਕਰਕੇ ਮੈਂ 4 ਗੁਰਦੁਆਰ ਤੇ ਤੁਸੀਂ ਕਿਹੜੇ ਬੰਦੇ ਤੁਰ ਪਏ ਜੇ? ਤੁਹਾਡੇ ਬੱਚਿਆਂ ਦੇ ਰੂਮ ਚੈੱਕ ਕਰ ਲਈ ਗੁਰੂ ਆ ਕੇ ਤੇ ਗੁਰਕਾ ਸਾਹਿਬ ਪੋਥੀ ਲੱਭੂ ਨਾ, ਲੱਭੂਗੀ ਨਹੀਂ ਕਿਤੇ। ਤੋ ਇਸ ਕਰਕੇ ਸਾਧ ਸੰਗਤ ਜੀ ਕਹਿਣ ਲੱਗੀ ਅੱਬਾ ਗੁਰੂ ਗੋਬਿੰਦ ਸਿੰਘ ਦਾ ਸਿੱਖ ਅੰਦਰ ਸੀ ਤੇ ਜਦੋਂ ਸਿਪਾਹੀ ਗੋਏ ਚ ਗਿਆ ਤੁਸੀਂ
ਕੀ ਆਖਿਆ ਸੀ? ਤੁਸੀਂ ਕਿਹਾ ਸੀ ਮੇਰਾ ਧੀ ਜਵਾਈ ਸੁਤਾਏ। ਜਦੋਂ ਤੁਸੀਂ ਇਦਾਂ ਕਿਹਾ ਸੀ ਤੇ ਮੈਂ ਉਸੇ ਵਕਤ ਬਾਬਾ ਬਚਿੱਤਰ ਸਿੰਘ ਦੇ ਸਿਰ ਚਰਨਾਂ ਤੇ ਰੱਖ ਕੇ ਕਿਹਾ ਸੀ ਕਬੂਲ ਕਬੂਲ ਕਬੂਲ। ਇਦਾਂ ਨਹੀਂ ਹੋ ਸਕਦਾ ਕਿ ਥਾਂ ਤੇ ਨਿਕਾਹ ਕਰਦੇ ਹੋ, ਇੱਕ ਥਾਂ ਹੀ ਹੋਣਾ ਹੈ। ਇਤਿਹਾਸ ਕਹਿੰਦਾ ਅੱਜ ਵੀ ਬੀਬੀ ਮੁਮਤਾਜ਼ ਦਾ ਗੁਰਦੁਆਰਾ ਸਾਹਿਬ ਬਣਿਆ, ਬਹੁਤ ਸੁੰਦਰ। 131 ਸਾਲ ਉਮਰ ਹੋਈ ਉਸ ਬੀਬੀ ਦੀ। ਸਾਰੀ ਜ਼ਿੰਦਗੀ ਬਾਬਾ ਬਚਿੱਤਰ ਸਿੰਘ ਦੀ ਸ੍ਰੀ ਸਾਹਿਬ ਤੇ ਬਾਬਾ ਬਚਿੱਤਰ ਸਿੰਘ ਦੀ ਦਸਤਾਰ ਆਪਣੀ ਛਾਤੀ ਨਾਲ ਲਾ ਕੇ ਲਗਾ ਦਿੱਤੀ। ਇਹਨੂੰ ਕਿਹਦੇ ਪਿਆਰ? ਸਾਰੀ ਜਵਾਨੀ ਇੰਨਾ ਸੁਨੱਖਾਪਣ ਛੱਡ ਦੇਣਾ ਕੁਰਬਾਨੀ ਨਹੀਂ ਤੇ ਹੋਰ ਕੀ ਹੈ। ਅੱਜ ਮੈਂ ਆਪਣੇ ਆਪ ਨੂੰ ਧੰਨ ਸਮਝਦਾ, ਤੁਸੀਂ ਵੀ ਧੰਨ ਹੋਏ, ਕਿਉਂਕਿ ਉਸ ਬੀਬੀ ਦੀ ਕਥਾ ਮੈਂ ਪੜ੍ਹੀ ਨਹੀਂ, ਵਿਸ਼ਾ ਹੀ ਬਣ ਗਿਆ ਇੱਧਰ ਨੂੰ ਆ ਗਏ, ਜਿਨਨੇ 131 ਸਾਲ ਗੁਰੂ ਗੋਬਿੰਦ ਸਿੰਘ ਦੇ ਪਿਆਰ ਚ ਗੁਜ਼ਾਰੇ। ਹੁਣ ਆਪਾਂ ਤਾਂ 5 ਮਿੰਟ ਨਹੀਂ ਕਰ ਸਕਦੇ ਕਿ ਦੇਖੋ ਪਹਿਲਾਂ ਹੋਈ ਕਥਾ ਕੀਰਤਨ ਦੇ ਲਾਗੇ ਜਿਹੜਾ ਬੈਠਾ ਉਹਨੂੰ ਕਿਹਾ ਆ ਜਾ ਬਾਹਰ ਚੱਲਦੇ, ਉਹ ਕਹਿੰਦਾ 2 ਮਿੰਟ ਸੁਣ ਲੈਂਦੇ, ਵਧੀਆ ਲੱਗਾ, ਕਹਿੰਦੇ ਨਹੀਂ ਆ ਚੱਲੀਏ। ਏਦਾਂ ਦੇ ਆਪਾਂ 131 ਸਾਲ ਉਸ ਬੀਬੀ ਮੁਮਤਾਜ਼ ਦੀ ਜ਼ਿੰਦਗੀ ਰਹੀ। ਸਾਰੀ ਜ਼ਿੰਦਗੀ ਨਿਤਨੇਮ ਕਰਦੀ ਰਹੀ ਤੇ ਭਾਈ ਸਾਹਿਬ ਦੀ ਸ੍ਰੀ ਸਾਹਿਬ ਦੇ ਦਸਤਾਰ ਨੂੰ ਦੇਖ ਕੇ ਜ਼ਿੰਦਗੀ ਲਗਾਤੀ। ਵੇਖੋ ਸਬਰ, ਅੱਜ ਤਾਂ ਸਬਰ ਟੁੱਟ ਗਿਆ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਇੱਕ ਮੁਸਲਮਾਨ ਬੀਬੀ ਹੋਰ ਵੀ ਹੈ ਜਿਹਦਾ ਨਾਮ ਨਸੀਰਾ ਹੈ, ਪੀਰ ਬੁੱਧੂ ਸ਼ਾਹ ਦੀ ਘਰ ਵਾਲੀ ਸਡੌਲੇ ਦਾ ਪੀਰ, ਜਿਹਨੇ 2 ਪੁੱਤ ਸ਼ਹੀਦ ਕਰਾਏ ਭੰਗਾਣੀ ਦੇ ਜੰਗ 'ਚ। ਤੇ ਜਦੋਂ ਘਰੇ ਗਏ ਪੀਰ ਜੀ ਤੇ ਕਹਿੰਦੀ ਆ ਗਏ ਮੂੰਹ ਲਮਕਾ ਕੇ ਤੇ ਪੁੱਤ ਕਿੱਥੇ ਆ? ਮੈਂ ਕਿੰਨੇ ਲਾਡਾਂ ਨਾਲ ਪਾਲਿਆ। ਤੇ ਪੀਰ ਜੀ ਦੇ ਪੈਰ ਛਿਪ ਗਏ, ਜ਼ੁਬਾਨ ਵੀ ਖੜਕੀ, ਕਹਿੰਦੇ ਨਸੀਰਾ ਤੇਰੇ ਪੁੱਤ ਉੱਥੇ ਚਲੇ ਗਏ ਜਿੱਥੇ ਕੋਈ ਨਹੀਂ ਆਉਂਦਾ। ਘਾਹ ਨਿਕਲ ਗਈ, ਕਹਿੰਦੀ ਮੈਨੂੰ ਨਹੀਂ ਪਤਾ ਮੇਰੇ ਪੁੱਤ ਚਾਹੀਦੇ ਐ। ਕਹਿੰਦੇ ਤੇਰੇ ਪੁੱਤ ਨਹੀਂ ਮੈਂ ਦੇ ਸਕਦਾ, ਪਰ ਗੁਰੂ ਗੋਬਿੰਦ ਸਿੰਘ ਦਾ ਗਿਫਟ ਲੈ ਕੇ ਆਇਆ। ਕਹਿਣ ਲੱਗੀ ਪੁੱਤਾਂ ਤੋਂ ਕੀਮਤੀ ਕਿਹੜਾ ਗਿਫਟ ਹੈ? ਕਹਿੰਦੇ ਅੰਦਰ ਚੱਲ ਬੂਆ ਤੋਂ ਰੋੜਾ ਨਾ ਭਾਈ ਦਿਖਾਉਣਾ ਹੈ। ਜਦੋਂ ਅੰਦਰ ਬਹਿ ਗਏ ਦੋਵੇਂ ਜੀ, ਕੱਪੜੇ ਦੀ ਗੰਢ ਖੋਲੀ ਤੇ ਕੱਪੜੇ ਦੇ ਵਿੱਚੋਂ ਕੀ ਨਿਕਲਿਆ? ਇੱਕ ਕੰਗਾ, ਇੱਕ ਕੜਾ, ਇੱਕ ਸ੍ਰੀ ਸਾਹਿਬ ਤੇ ਮਹਾਰਾਜ ਦੀ ਦਸਤਾਰ ਲਹੂ ਦੇ ਨਾਲ ਲਿਪੜੀ, ਜਿਹੜੀ ਭੰਗਾਣੀ ਦੀ ਜੰਗ 'ਚ ਮਹਾਰਾਜ ਨੇ ਯੁੱਧ ਕੀਤਾ ਤੇ ਉਹ ਅੱਗ ਲਾਈ ਸੀ ਤੇ ਪੈਣ ਵਾਲੇ ਬੈਠਾ। ਤੇ ਪਾਤਸ਼ਾਹ ਕਹਿੰਦੇ ਪੀਰ ਜੀ ਰੋਂਦੇ ਕਿਉਂ ਜੇ? ਕਹਿੰਦੇ ਪਾਤਸ਼ਾਹ ਮੈਂ ਦੱਸ ਨਹੀਂ ਸਕਦਾ। ਮਾਰੇ ਕਹਿੰਦੇ ਮੈਂ ਸਮਝਦਾ ਤੇਰਾ ਦਰਦ, 2 ਪੁੱਤ ਚੱਲ ਜਾਣੇ ਅੱਖਾਂ ਸਾਹਮਣੇ, ਬੜਾ ਔਖਾ ਹੀਰੇ ਵਿੱਚ ਛੇਕ ਪਾਉਣਾ, ਕਿਸੇ ਇਲਮ ਦਾ ਔਖਾ ਉਸਤਾਦ ਹੋਣਾ, ਗੱਲਾਂ ਕਰਨੀਆਂ ਸਪੀਕਰ 'ਚ ਸੌਖੀਆਂ, ਪਰ ਸਭ ਤੋਂ ਔਖਾ ਏ ਸਾਧ ਹੋਣਾ। ਪੀਰ ਜੀ ਮੈਂ ਤੇਰਾ ਦਰਦ ਸਮਝਦਾ, ਜੇ ਜ਼ਿਆਦਾ ਰੋਣਾ ਹੈ ਤੇ ਵੇਖ ਲਾ, ਜੇ ਪੁੱਤਾਂ ਦਾ ਸੰਸਕਾਰ ਨਹੀਂ ਹੋਇਆ ਜਿਉਂਦੇ ਕਰ ਦੀ। ਦੇਖੋ ਗੁਰੂ ਗੋਬਿੰਦ ਕਹਿੰਦੇ ਪਾਤਸ਼ਾਹ ਨਹੀਂ, ਮੈਂ ਪੁੱਤਾਂ ਦਾ ਕਰਕੇ ਨਹੀਂ ਰੋਂਦਾ, ਧਿਆਨ ਦਿਓ ਗੱਲ ਬੜੀ ਕੀਮਤੀ ਜੇ ਤੁਹਾਡੇ ਵਾਸਤੇ, ਕਿਤੇ ਜਾਗ ਪੀਏ। ਇਹਦੇ ਮਾਰੇ ਤੇ ਰੋਂਦਾ ਕਾਤੋਂ ਹੈ? ਇਹਦੇ ਮਾਰੇ ਤੇ ਮੈਂ ਬਾਤ ਨਸੀਬਾ, ਮੈਂ ਬੇਕਰਮਾ ਏ, ਮੈਂ ਮਾੜੀ ਕਿਸਮਤ ਵਾਲਾ। ਮਾਰੇ ਕਿਵੇਂ ਪੀਰ ਜੀ ਬੁਝਾਰਤਾ ਨਾ ਪਾਓ, ਗੱਲ ਤੇ ਦੱਸੋ ਕੀ ਹੈ? ਇਹਦੇ ਗੁਰੂ ਗੋਬਿੰਦ ਸਿੰਘ ਅੱਜ ਮੈਂ ਬੜਾ ਖੁਸ਼ ਵੀ ਹੈ ਤੇ ਬੜਾ ਦੁਖੀ ਵੀ ਹੈ। ਇਹਦਾ ਖੁਸ਼ ਇਸ ਕਰਕੇ ਹੈ ਕਿ ਮੈਂ ਖੁਦ ਖੁਦਾ ਦੇ ਪਲੰਘੇ ਤੇ ਲਾਗੇ ਹੋ ਕੇ ਬਹਿਣ ਦਾ ਮੈਨੂੰ ਸਮਾਂ ਮਿਲਿਆ, ਤੁਹਾਡੇ ਨੇੜੇ ਹੋ ਕੇ। ਮੈਂ ਇੰਨਾ ਕਰਮਾਂ ਵਾਲਾ ਸਮਝਦਾ, ਮੈਂ ਤੁਹਾਡੇ ਅੱਜ ਬੈੱਡ ਦੇ ਉੱਤੇ ਬੈਠਾ ਜਿੱਥੇ ਤੁਸੀਂ ਬੈਠੇ ਹੋ, ਪਰ ਮੈਂ ਵੱਧ ਕਿਸਮਤ ਇਸ ਕਰਕੇ ਹੈ ਕਿਉਂਕਿ ਤੁਸੀਂ ਹੁਣ ਕੇਸ ਵਾਰੇ ਹੋ ਪਲੰਘੇ ਦੇ ਨਾਲ, ਦਾੜਾ ਵਾਰੇ ਹੋ, ਪਰ ਮੈਂ ਵੱਧ ਕਿਸਮਤ ਹਾਂ। ਮੈਂ ਇੱਕ ਮੁਸਲਮਾਨ ਦੇ ਘਰ ਜਨਮ ਲਿਆ, ਮੈਂ ਸਿੱਖ ਦੇ ਘਰ ਜਨਮ ਕਿਉਂ ਨਹੀਂ ਲਿਆ? ਮਹਾਰਾਜ ਜੀ ਮੈਂ ਵੱਧ ਕਿਸਮਤ ਹੈ। ਮਾਰੇ ਕਿਤੇ ਚਾਹਣਾ ਕੀ ਹੈ? ਕਹਿੰਦੇ ਪਾਤਸ਼ਾਹ ਕੀ ਕਹਿ ਸਕਦਾ ਹੈ? ਕਿਤੇ ਸਮਾਂ ਮਿਲਿਆ ਤੇ ਅਰਦਾਸ ਕਰ ਦਿਓ ਮੇਰੀ ਕਿ ਮੈਂ ਸਿੱਖਾਂ ਦੇ ਘਰ 'ਚ ਜਨਮ ਲਵਾਂ। ਮਹਾਰਾਜ ਜੀ ਕਹਿੰਦੇ ਅਗਲਾ ਜਨਮ ਤਾਂ ਬੜੀ ਦੂਰ ਹੈ ਪੀਰ ਬੁੱਧੂ ਸ਼ਾਹ, ਤੂੰ ਸਿੱਖ ਬਣਨਾ ਚਾਹਣਾ ਹੈ, ਲੈ ਤੈਨੂੰ ਅੱਜ ਬਣਾ ਦਿੰਦੇ ਆ। ਮੇਰੇ ਸੱਚੇ ਪਾਤਸ਼ਾਹ ਨੇ 5 ਪ੍ਰਕਾਰ ਦੇ ਕੇ ਅੰਮ੍ਰਿਤ ਪਾਨ ਕਰਾ ਕੇ ਤੇ ਉਹਨੂੰ ਸਿੰਘ ਬਣਾਤਾ। ਬੋਲੇ ਸੋਨਿਆਲ। ਸਾਧ ਸੰਗਤ ਜਿਸ ਵਕਤ ਉਹ ਫਿਰ ਘਰੇ ਗਿਆ ਤੇ ਘਰ ਵਾਲੀ ਨੂੰ ਕਹਿੰਦਾ ਪਹਿਲੋਂ ਅੱਖਾਂ ਖੋਲ, ਫਿਰ ਮੈਂ ਤੈਨੂੰ ਦਿਖਾਉਣਾ ਕੋਈ ਗੁਰੂ ਗੋਬਿੰਦ ਸਿੰਘ ਨੇ ਮੈਨੂੰ ਗਿਫਟ ਦਿੱਤਾ ਏ। ਮਾਫ ਕਰਿਓ ਸਾਨੂੰ ਕੋਈ ਅਮਰੀਕਾ ਕੈਨੇਡਾ ਚ ਗਿਫਟ ਦਵੇ ਜਾਂ ਇੱਥੇ ਦਵੇ, ਆਪਣਾ ਸ਼ਗਨ ਲੱਗੇ ਵਿਆਹ ਹੋਏ ਹੈ, ਜਿੰਨੀਆਂ ਛਾਪਾਂ, ਜਿੰਨੀਆਂ ਘੜੀਆਂ, ਜਿੰਨੀਆਂ ਚੇਨੀਆਂ ਕਾਂਟੇ ਸਾਰੇ ਸਾਂਭੇ ਨਹੀਂ ਕਰੋ। 2-2 ਲੋਕਰਾਂ ਦੇ ਜਿੰਦਰੇ ਲਾਏ ਆ
ਹਾਲਾਂਕਿ ਉਹ ਚੀਜ਼ ਬਿਲਕੁਲ ਝੂਠ ਹੈ। ਜਿਹੜਾ ਕੱਚ ਸੀ ਉਹਨੂੰ ਲੋਕਰ ਦੇ ਵਿੱਚ ਤਾਲਾ, ਤੇ ਜਿਹੜਾ ਸੱਚ ਸੀ ਉਹਨੂੰ ਗਵਾ ਛੱਡਿਆ ਹੋਏ। ਤੂੰ ਮੇਰੇ ਪਾਤਸ਼ਾਹ ਕਿਰਪਾ ਕੀਤੀ ਕਿਤੇ ਬੂਆ ਢੋਲਾ। ਨਸੀਰਾਂ ਕਹਿੰਦੀ ਮੈਂ ਹੈਰਾਨ ਹਾਂ ਤੇਰੇ ਤੋਂ ਮੇਰੇ ਸਿਰ ਦਿਆ ਸਾਈਆਂ ਵੀ ਪੁੱਤ ਮੇਰੇ ਸ਼ਹੀਦ ਕਰਾਏ ਤੇ ਕਿਹੜਾ ਗਿਫਟ ਲੈ ਕੇ ਆਏ ਜਿਹੜਾ ਇੰਨਾ ਕੀਮਤੀ ਬੂਆ ਢੋਲਾ ਏ। ਦੋਵੇਂ ਹੱਥ ਜੋੜ ਕੇ ਕਹਿੰਦਾ ਨਸੀਰਾਂ ਅੱਜ ਮੈਂ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਲੈ ਕੇ ਚੌਕੀ ਬਣ ਗਈ ਸਰਕਾਰੀ, ਪਰ ਨੁਕਸਾਨ ਕਿਹਨੇ ਕਰਤਾ? ਸਾਡੀ ਸੰਗਤ। ਕਿਉਂਕਿ ਘਰ 'ਚ ਵਿਆਹ ਹੁੰਦਾ ਤੇ ਸੁਖਮਨੀ ਸਾਹਿਬ ਤੇ ਪਹਿਲੀ ਗੱਲ ਤੇ ਕੋਈ ਸਾਦਾ ਨਹੀਂ ਰਾਗੀ ਕਥਾ ਵਾਚੂ ਤੁਹਾਡੀ। ਇਹਦਾ ਬਾਬਾ ਜੀ 10 ਵਜੇ ਟਾਈਮ ਨਹੀਂ ਭੋਗ ਪਾ ਦਿਓ, ਸ਼ਗਨ ਵਾਲੇ ਆ ਜਾਣੇ ਹੈ ਤੇ 11 ਵਜੇ ਸ਼ਗਨ ਪਾ ਦੇਣਾ ਤੇ ਅਗਲੇ ਦਿਨ ਫਿਰ ਪੈਲਸ 'ਚ 4 ਲੱਖ ਦੇ ਕੇ ਤੇ ਤੁਹਾਨੂੰ ਪਤਾ ਹੀ ਹੈ ਨਾ ਕੀ ਹੁੰਦਾ। ਮੇਰੇ ਮੂੰਹ ਜ਼ਰੂਰ ਸੁਣਦਾ। ਉਹ 4 ਲੱਖ ਲਾਇਆ ਤੇ ਉਹਨਾਂ ਦਿੱਤਾ ਕਿ ਤੁਹਾਨੂੰ ਬਰਬਾਦੀ। ਤੁਹਾਡੇ ਬੱਚਿਆਂ ਦੇ ਕੇਸ 5 ਫੁੱਟ ਸੀ ਅੱਜ ਮੋਨੇ ਹੈ। ਤੁਹਾਡੇ ਬੱਚਿਆਂ ਦੇ ਹੱਥ 'ਚ ਜਪਜੀ ਸਾਹਿਬ ਸੀ ਅੱਜ ਸਮੈਕ ਹੈ। ਤੁਹਾਡੇ ਬੱਚਿਆਂ ਦੇ ਕੋਲ ਸਤਨਾਮ ਸੀ ਅੱਜ ਟੀਕੇ ਹੈ। ਇਹ ਕਿੱਥੋਂ ਆਏ? ਮਾਫ ਕਰ ਦਿਓ ਕਿਤੇ ਨਾ ਕਿਤੇ ਕਈ ਕਹਿੰਦੇ ਬਾਬਾ ਤੂੰ ਇਹ ਗੱਲ ਕਰਦਾ ਨਹੀਂ ਨਾ, ਕਰਨੀ ਪੈਂਦੀ ਹੈ। ਇੱਕ ਕਥਾ ਕਰਨ ਵਾਲਾ, ਰੱਬ ਦੀ ਸਿਫਤ ਸੁਣਾਉਣ ਵਾਲਾ 30 ਰੁਪਈਆ ਲੈਂਦਾ 7000 ਤੇ ਜਿੰਨੇ ਤੁਹਾਡਾ ਘਰ ਹੀ ਤਬਾਹ ਕਰਦਾ। ਇੱਕ ਮਾਂ ਨੂੰ ਪੁੱਛ ਕੇ ਤੇ ਵੇਖੋ ਜਿਹਨੇ 9 ਮਹੀਨੇ ਪੇਟ 'ਚ ਬੱਚਾ ਰੱਖਿਆ ਤੇ ਕਿੱਦਾਂ ਜਵਾਨ ਕੀਤਾ। ਜਦੋਂ 25 ਸਾਲਾਂ ਦਾ ਗੱਭਰੂ ਮੋਟਰ ਦੇ ਤੋਂ ਚੱਕ ਕੇ ਲਿਆਂਦਾ ਸਮਾਨ, ਇਹਦੀ ਭੇਟਾ ਕੀ ਹੈ? ਜ਼ਿੰਮੇਵਾਰ ਕੌਣ? ਆਪਾਂ। ਕੋਈ ਨਹੀਂ ਬੋਲਦਾ। ਇਕੱਲੇ ਪ੍ਰਚਾਰਕ ਕਰਨ ਵਾਲੇ ਨੂੰ ਬੋਲਣਾ, ਆਪਾਂ ਥੋੜਾ ਬੋਲਣਾ। ਆਪਾਂ ਨੂੰ ਕੀ ਲੋੜ? ਚੰਗੇ ਭਲੇ ਅੰਮ੍ਰਿਤਧਾਰੀ ਪਰਿਵਾਰ ਵੀ ਗਾਉਣ ਵਾਲੀ ਲਾਉਂਦੇ ਤੇ ਕਹਿੰਦੇ ਪਤਾ ਕੀ ਹੈ? ਮੈਂ ਕਿਹਾ ਜੀ ਤੁਸੀਂ ਬਾਬਾ ਜੀ ਕੀ ਕਰੀਏ, ਮਜਬੂਰੀ ਸੀ, ਰਿਸ਼ਤੇਦਾਰ ਤੁਹਾਨੂੰ ਪਤਾ ਹੀ। ਰਿਸ਼ਤੇਦਾਰ ਚੰਗੇ ਤੇ ਗੁਰੂ ਗੋਬਿੰਦ ਸਿੰਘ ਕੁਛ ਨਹੀਂ ਲੱਗਦਾ। ਇਹੀ ਹੈ ਨਾ ਸੱਚ ਕੋੜਾ ਲੱਗਣਾ ਹੈ। ਅੱਜ 1.5 ਸ਼ਹੀਦਾਂ ਦਾ ਮੈਂ ਤਾਂ ਕਰਕੇ ਇਸ ਪਾਸੇ ਤੁਰ ਪਿਆ। ਇਹ ਸਾਧ ਸੰਗਤ ਆਪਾਂ ਤਾਂ ਵੇਖੋ ਕੂੜੇ ਛਕੇ, ਖੀਰ ਛਕੀ, ਸਰੋਪੇ ਲਏ, ਕਿੰਨਾ ਸੋਹਣਾ ਪੰਡਾਲ ਸਜਿਆ ਤੇ ਜਿਨ੍ਹਾਂ ਨੂੰ ਸ਼ਾਦੀ 'ਚ ਗੋਲੀਆਂ ਮਿਲੀਆਂ, ਲਹੂ ਦੇ ਛੱਪੜ ਲੱਗ ਗਏ ਅੱਜ ਦੇ ਦਿਨ। ਕਾਹਦੇ ਵਾਸਤੇ? ਕਿ ਮੇਰਾ ਗੁਰੂ ਘਰ ਮੇਰਾ ਹੋ ਜਾਏ, ਇੱਥੇ ਬਗਾਨੇ ਆ ਕੇ ਨਾ ਬਹਿ ਜਾਣ, ਉਲਟ ਪ੍ਰਚਾਰ ਨਾ ਕਰਨ। ਤੋ ਇਸ ਕਰਕੇ ਜਦੋਂ ਬੀਬੀ ਨੇ ਉਹ ਪਲੰਦਾ ਖੋਲਿਆ, ਗੁਰੂ ਦਾ ਹੱਥ ਸੀ। ਜਦੋਂ ਉਸ ਕੱਪੜੇ ਦੇ ਵਿੱਚੋਂ ਸ੍ਰੀ ਸਾਹਿਬ ਗੰਗਾ ਮਹਾਰਾਜ ਦੀ ਲਹੂ ਵਾਲੀ ਦਸਤਾਰ ਤੇ ਮਹਾਰਾਜ ਦਾ ਕੜਾ ਸਾਹਿਬ ਨਿਕਲਿਆ, ਉਸ ਕਕਾਰਾਂ ਦਾ ਹੀ ਏਦਾਂ ਦਾ ਔਰਾ ਬੀਬੀ ਨਸੀਰਾਂ ਤੇ ਪੈ ਗਿਆ। ਉਹਦੀ ਬਿਰਤੀ ਲੱਗ ਗਈ, ਸਮਾਧੀ ਦਾ ਇੰਨਾ ਕੀ ਵਾਰਸ ਆਇਆ ਉਹਨੂੰ। ਉਹਨੇ 5 ਨਵਾਜ਼ਾਂ ਛੱਡ ਕੇ ਤੇ ਸੁਖਮਨੀ ਸਾਹਿਬ ਸ਼ੁਰੂ ਕਰਤਾ। ਇਤਿਹਾਸ ਹੈ ਸੁਖਮਨੀ ਸਾਹਿਬ ਦਾ ਰੋਜ਼ ਇੱਕ ਪਾਠ ਕਰਦੀ, ਨਿਤਨੇਮ ਕਰਦੀ ਹੈ। ਇੱਕ ਦਿਨ ਫਿਰ ਵਕਤ ਆਇਆ, ਹੁਣ ਇਸੇ ਵਿਸ਼ੇ ਨੂੰ ਅੱਗੇ ਲੈ ਚੱਲਾਂ। ਘੜੀ ਵੀ ਆਪਣੀ ਅੱਗੇ ਜਾ ਚੁੱਕੀ ਹੈ। ਆਪਾਂ ਜਨੇਊ ਦਾ ਪ੍ਰਸੰਗ ਕੱਲ ਨੂੰ ਸਾਂਝਾ ਕਰਾਂਗੇ। ਹੁਣ ਇਸ ਲੜੀ ਨੂੰ ਮੁਕੰਮਲ ਹੀ ਕਰ ਦਈਏ ਕਿ ਜਿਨ੍ਹਾਂ ਦੇ ਹੱਥਾਂ 'ਚ ਪੋਥੀਆਂ ਏ, ਜਿਹੜੇ ਬਾਣੀ ਪੜ੍ਹਦੇ ਉਹਦਾ ਕੁਝ ਮਿਲਦਾ ਵੀ ਕਿ ਲੋਕ ਵਿਖਾਵਾਈਏ। ਹੁਣ ਤੱਕਿਓ ਜਰਾ, ਰੋਜ਼ ਨਿਤਨੇਮ ਕਰਦੀ ਉਹ ਬੀਬੀ, ਭਾਵਨਾ ਦੇ ਨਾਲ ਬਾਣੀ ਪੜ੍ਹਦੀ। ਅੱਜ ਵੀ ਕਈ ਪੜ੍ਹਦੇ ਤੇ ਘਰ ਦੇ ਕਹਿੰਦੇ ਬਹਿ ਕੇ ਪੋਥੀ ਲੈ। ਇਹ ਬਾਤ ਇਹੋ ਹੀ ਰੱਬ ਬਣ ਗਈ। ਕਈ ਤੇ ਏਦਾਂ ਵੀ ਕਹਿੰਦੇ ਬਾਬੇ ਬਣਦੇ ਤੁਸੀਂ ਗੁਰਦੁਆਰੇ ਰਹਿ ਪਿਆ ਕਰੋ, ਘਰੇ ਨਾ ਰੱਖੋ। ਬਹੁਤ ਕੁਝ ਸੁਣਨਾ ਪੈਂਦਾ ਰੱਬ ਦੀ ਬੰਦਗੀ ਵਾਲੇ ਨੂੰ। ਇਸ ਕਰਕੇ ਸਾਧ ਸੰਗਤ ਦੀ ਉਸ ਬੀਬੀ ਨੇ ਇੰਨੀ ਕੁ ਬੰਦਗੀ ਕਰਨੀ ਸ਼ੁਰੂ ਕਰਤੀ, ਪੁੱਤਾਂ ਦਾ ਪਿਆਰ ਭੁੱਲ ਗਿਆ, ਸਭ ਕੁਝ ਭੁੱਲ ਗਿਆ। ਬਸ ਗੁਰੂ ਗੋਬਿੰਦ ਸਿੰਘ 24 ਘੰਟੇ ਬਾਣੀ ਤੇ ਇੱਕ ਸਮਾਂ ਆਇਆ ਆਪਣੇ ਘਰ ਦੇ ਵਿੱਚ ਜਿਹਦਾ ਅੱਜ ਆਪਾਂ ਕੂੜੇ ਪਕਾਏ ਤੇ ਏਦਾਂ ਹੀ ਪ੍ਰਸ਼ਾਦਾ ਪਕਾ ਰਹੀ ਹੈ ਤੇ ਦਿਲੋਂ ਜਿਹਨੂੰ ਯਾਦ ਕਰੀਏ ਨਾ, ਪਿਆਰ ਕਰੀਏ, ਅਸਰ ਜ਼ਰੂਰ ਪੈਂਦਾ। ਆ ਮੋਬਾਇਲ ਤਾਂ ਹੁਣ ਆ 15-16 ਸਾਲਾਂ ਦੀ ਗੱਲ ਹੈ। ਪਹਿਲਾਂ ਲੋਕਾਂ ਕੋਲ ਕਿਹੜਾ ਮੋਬਾਇਲ ਸੀ? ਦਿਲੋਂ ਜਿਹਨੂੰ ਯਾਦ ਕਰੀਦਾ ਸੀ ਨਾ ਉਹ ਆ ਜਾਂਦਾ ਸੀ। ਦਿਲਾਂ ਦੇ ਰਿਸ਼ਤੇ ਸੀ। ਅੱਜ ਮੋਬਾਇਲ ਦੇ ਆ ਤੇ ਮੋਬਾਇਲ ਦੇ ਰਿਸ਼ਤੇ ਤਬਾਹ ਕਰਦੇ। ਮੋਬਾਇਲ ਦੇ ਰਿਸ਼ਤੇ ਅੱਗੇ ਦੋਵਾਂ ਜੀਆਂ ਨੇ ਲੜਨਾ ਤੇ ਘਰ ਵਾਲੀ ਨੇ ਚਿੱਠੀ ਲਿਖਣੀ ਆਪਣੇ ਪੇਕਿਆਂ ਨੂੰ। ਕਈ ਵਾਰ ਮੈਨੂੰ ਭੁਲੇਖਾ ਵੀ ਲੱਗ ਜਾਂਦਾ ਕਿ ਸਹੁਰੇ ਕੇ ਪੇਕੇ, ਕਿਉਂਕਿ ਜ਼ਿਆਦਾ ਧਿਆਨ ਨਹੀਂ ਪੇਕੇ ਹੁੰਦੇ ਨਾ। ਹਾਂ ਪੇਕੇ ਜਦੋਂ ਚਿੱਠੀ ਲਿਖਣੀ, ਜਿੰਨੇ ਚਿਰ ਨੂੰ ਉਹ ਪਹੁੰਚਣੀ ਉਧਰੋਂ ਪਾਪਾ ਨੇ ਵੀਰਾਂ ਨੇ ਆਉਣਾ, ਉਹਨੇ ਚਿਰ ਨੂੰ ਰਾਜੀ ਨਾ ਹੋ ਜਾਂਦਾ। ਉਹਨਾਂ ਆ ਕੇ ਕਹਿਣਾ ਹਾਂ ਭੈਣੇ ਤੂੰ ਚਿੱਠੀ ਭੇਜੀ, ਉਹਨੇ ਚਿਰ ਨੂੰ ਠੰਡਾ ਹੋ ਜਾਣਾ, ਕਹਿਣਾ ਕੁਛ ਨਹੀਂ ਜਲ ਪਾਣੀ ਛੱਡੋ ਉਦਾਂ ਹੀ ਲਿਖ। ਆਹ ਤਾਂ ਸਿਆਪੀ ਦੀ ਜੜ ਹੈ ਫੋਨ। ਇਹ ਤਾਂ 1 ਮਿੰਟ ਦੇ ਵਿੱਚ ਫੋਨ ਲਾਇਆ ਮੈਂ ਮਰ ਗਈ।
मैं उजड़ गई अगले पासे किहड़ा नितनेमी है उन्हें भी उस वेले कहा मैं हुणे पिस्तौल भरे ही मैं आ गया 5 मिनट करदी है ब्राह्मण नूं फोन आउणगे गड्डियां भरते ते तेरी कुड़ी नूं लाउणगे अग तो अज हालत ऐसी है जेरा कोई करदा नहीं ते फटाफट पहले चंगे सी समय उदों दिलां दे सद्दे सी अज मोबाइल दे रिश्ते है इस करके गुस्ताखी दी माफी दे देनी वो चंगा समा सी दिलों त्याग करती रोटी लाउंदी कहंदी है बड़े साल हो गए कला कला वीर मेरा पर कदे मिल नहीं है जो दिलों याद किया कि उधर सैर खां औरंगजेब के दरबार दे विच इन्ना तकड़ा जरनैल है औरंगजेब ने 3 वारी आख्या चुको कोई पाना दा बीड़ा ते श्री साहब जाओ गुरु गोबिंद सिंह नूं बन के लियाओ हुण जिन्हां ने हाथ वेखे सी गुरु गोबिंद सिंह दे तीर उन्होंने गोडे धौना जिहड़ियां सी लत्तां दे विच वड़ीआं दूजी वारी औरंगजेब कहंदा वो सारे ही जड़े जे कि मर्द भी हैगा तुहाडे च कोई उठो चुको पाना दा बीड़ा फिर सारे दीआं धौना थल्ले क्योंकि मारे दे हत्थ वेखे मेरे बापू दा तीर मारे सच्चे पातशाह ने छड्डदे सी 13 मील कहंदा इतिहास सुल्तानपुर कितने किलोमीटर इथों 5 है ना मील भी एडा हुंदा बजुर्गों को पता मील कितों कहते आपां किलोमीटर वाले 1.5 किलोमीटर ते कहते 13 मील तीर जांदा सी गुरु गोबिंद सिंह दा आपे अंदाजा ला लिओ कि उहदियां बाहां च बल कितना होगा 13 मील ते जे एक सीधा तीर छड्डिया होवे ते हज़ारां दे सीने दे विच ही लंघदा सी ये गल इतिहास दी लिखी है ਇਹਦੇ ਬਾਰੇ ਸੱਚੇ ਪਾਤਸ਼ਾਹ ਦਾ ਜਿਹਨਾਂ ਹੱਥ ਵੇਖਿਆ ਸੀ ਕੋਈ ਨਾ ਉੱਠਿਆ ਤੇ ਬਾਦ ਕਿਸਮਤੀ ਇਹਦੀ ਇਹ ਉੱਠ ਪਿਆ ਉੱਠ ਕੇ ਚੁੱਕਿਆ ਪਾਨਾ ਦਾ ਬੀੜਾ ਮੂੰਹ ਦੇ ਵਿੱਚ ਚਬਾਇਆ ਤੇ ਸ਼ਮਸ਼ੀਰ ਨੂੰ ਕੱਢ ਕੇ ਮਿਆਨ ਦੇ ਵਿੱਚੋਂ ਕਹਿੰਦਾ ਯਾ ਅੱਲਾ ਇਲੱਲਾ ਮੁਹੰਮਦ ਰਸੂਲ ਅੱਲਾ ਇਹਦੇ ਮੈਂ ਬੰਨ ਕੇ ਲਿਆਵਾਂਗਾ ਗੁਰੂ ਗੋਬਿੰਦ ਸਿੰਘ ਮਹਾਰਾਜ बड़ा खुश होया रंगदेव कहंदा मूंहों मंगी भेटा दूंगा कितनी फौज चाहिए है कि 50,000 दे दो 50,000 फौज लैके ते आनंदपुर नूं चढ़ाई करती ते रस्ते दे विच भैण सढौरे दी धरती ते जांदा जांदा अपनियां फौजां नूं कहंदा माण भी हुंदा जदों भरा दे स्टार लगे होण ते भैण दे घर जीजे दे घर जाण दा आनंद जिहा वखरा ही हुंदा कि उधरों प्रशादा पकारी है बाणी पढ़न वाली रूह किसी को याद करे भला हुंदा है आपको सतनाम श्री उस वेले साध संगत जी प्रशादा पकारी रीजा ना कहंदी किते हे वैगुरू मेरा वीर आ जे बड़े चेरी हो गए मिलिया नूं सदियां प्रेम दे वेले उस वेले फौजां दे नाल आया ते रस्ते दे विच फौजां नूं कहंदा 2-4 मिनट रुके मेरी भैन इत्थे रहिंदी मेरे नाल प्यार ते आवां मेरी खल रखदी आउणी है तो वैसे तो सिख इतिहास के कोई बहुता जिक्र नहीं पर मैं किसी का दिल नहीं दिखाना होता इन्ना जरूर कहना होना कि आ गुरुद्वारे जंगले ना बने कई ने की किया होंगे कि सारा जंगला रखड़ियां ना भरिया होंगे एक भैन बने तो मैं क्या मेरा प्यार वाले मैं कहना दूजे को तो डर लगता नहीं पता कि बाहर निकले तो कहते वीर जी तुसीं नहीं आए हो मैं क्या भी आ जाऊंगा मैं क्या रखड़ी का इतिहास की है कहते भैन वीरां की बड़ी उम्र की सुख मंगदियां मैं क्या जी सदके फर्क नहीं पैदा धी भैन नूं दान कि रब ज्यादा दिंदा कोई आस नहीं आउंदी बेचारी मेरे इसके विरोध नहीं है भावें कई विद्वान गर्म बोलते धागा छड्डो प्यार करिया करो सब तो वध दुआवां भैणां मंगदियां पर मैं क्या भैणे एक गल पुछां तू मेरे रखड़ी बन्ननी है चल मैं बना लूं पर मैं 5 मिनट बाद ला लैनी है तेरे घरों बना लूंगा पर भी कोई एक गल दस मेरे तू तां बननी है तेरी वड्डी उम्र होए क्यों जो गुरु ग्रंथ साहिब दे के जंगला पिया वो कदों वधी है ਇਹਦੀ ਤਾਂ ਵੱਡੀ उम्र नहीं होनी ਇਹਦੀ ਇੰਨੀ ਕਾਫੀ ਤੋਂ ਬਰਾਸੋ ਲਿਆ ਕੇ ਤੇ ਸਾਫ਼ ਕਰ ਦਿਆ ਕਰੋ ਆਪੋ ਸਤਿ ਇਹ ਸੋਹਣਾ ਚਮਕਣ ਲੱਗ ਪਏ ਨਾ ਥੋੜਾ ਜਿਹਾ ਇਹਨਾਂ ਚੀਜ਼ਾਂ ਦਾ ਜਿਹਦਾ ਖਿਆਲ ਲੜਨ ਵਾਲੇ ਰੱਖਦੇ ਨਾ ਇੱਕ ਦੂਜੇ ਦੇ ਉੱਗਣ ਵੇਖਣ ਵਾਲੇ ਥੋੜਾ ਜਿਹਾ ਰੱਖਿਆ ਕਰੋ ਕਿ ਹੁਣ ਮੱਖੀਆਂ ਕਿੰਨੀਆਂ ਜਾਂ ਆਪਾਂ ਇੱਥੇ ਆਪਾਂ ਨੂੰ ਸਭ ਕੁਝ ਵਿਸਰਿਆ ਹੁੰਦਾ ਤੇ ਇਹ ਵੇਖਿਆ ਕਰੋ ਕਿ ਸੰਗਤ ਆਉਣੀ ਹੈ ਤੇ ਆਹ ਪ੍ਰੋਬਲਮ ਹੈ ਮੈਂ ਪਹਿਲਾਂ ਜਾ ਕੇ ਦਾ ਹੱਲ ਕਰ ਦਿਆਂ 2-3 ਸਾਲ ਲੱਗ ਜਾਣੇ ਸੰਗਤ ਦੇ ਵਿੱਚ ਕਿਰਪਾ ਹੁੰਦੀ ਹੈ ਲਾਉਣ ਨੂੰ ਤਾਂ ਮੈਂ ਲੱਗ ਅਕਬਰ ਨੇ ਆਖਿਆ ਸੀ ਨਾ ਕਹਿੰਦਾ ਬਾਬਾ ਤੂੰ ਲਿਸਟ ਬਣਾ ਦੇ ਜਿੰਨਾ ਲੰਗਰ ਹੈ ਮੈਂ ਬੋਲੀਆਂ ਦਾ ਰਸਤਾ ਲਿਆ ਦਿੰਦਾ ਤੇ ਗੁਰੂ ਅਮਰਦਾਸ ਜੀ ਦੇ ਦੁਬਾਰਾ ਨਾ ਕਹੀ ਇਹਦੇ ਕੀ ਹੋਇਆ ਮਾਰੇ ਤੇ ਕਮੀ ਕੋਈ
कहते ये संगत करूगी, क्योंकि संगत 10-10 इकट्ठे करूगी तो गुरु नानक की जय जयकार। तू अपना लंगर लाया तो तेरा एक दिन मुक जाना। ये वही लंगर छकावे ते पूरी पैंदी, बंदे बुंदे दे नहीं कदे पैंदी। आखो सतनाम श्री। इस करके माफी मंगी सी मैं अपने विषय वाला हाँ। कहना भाव भावना रखिया करो, जिहड़ी चीज की जिथे जरूरत है ये थोड़ा भी कोई कवे तो करनी, विचार रखीदा होंदा। हुण मैनूं पता तुहानूं भी अपने घर भैण भरा होने हैं, अगले थोड़ा कहना कि मैं आ खाना। एक प्यार ने भैण बनाउंदी है कि मेरा वीर आ रहा। ते तुसी गुरु प्रति भी प्यार वेख्या करो कि महाराज के वस्त्र जिहड़े है प्रेस है, जिन्हां च सुख हासिल होना, क्योंकि भाई बेचारा कल्ला तो नितरे वाला, संगत साथ देवे तो सब कुछ है। तो कहण दा भाव भी हुण विचार करनी है ते पहलां तो इन्हां नूं लाउणा पैंदा। सतनाम श्री। तो गुरु महाराज किरपा करे तो भैण कहंदी गल तां मेरे सही। मैं कहा आपां अंध विश्वास च निकल आ जंगले नूं धागा थोड़ा बंधना कमलिए, इहदी किहड़ा वड्डी उम्र होनी है। वैसे भी धागियां तवीतां ते प्रसंग चलन दिया। कल नूं धागे दा तां बाबे दा विवाद खड़ोता, उधर जनेऊ पाउणा चाहुंदा पंडित ते महाराज कहंदे मैं पाउणा नहीं। कल नूं आयो फिर समझ आउणी होंदा जिद्दां विशा अपनाओ ते समां भी संपूर्ण होण वाला। वो कहण लगे मैं आया ते घर दे विच गया ते भैण बैठी प्रशादा ला रही नसीरा बाणी पढ़न वाली। ते जदों वेख्या ते चाह चढ़ गया। अज ही चाह नहीं हैगा बाप ने। पहला जदों किसी भैण भरा नूं वेखना ते इदां बाहां बंधियां दियां सी, कहना बल्ले बल्ले भज के मिलना। आ फोनां ने बहुत खराब कीता, रिश्ते खा गए फोन। सच्ची गल है। तो किते ना किते वाधा घाटा हुंदा है, उदों चिर बाद आउणा ते चाह होना। कहण लगी वीरा रुक जा मेरे बूहे चों बाहर चलेगी, पहला तेल जोड़न दे। अज भी पुरानियां माइयां सीसी लै आउंदियां, आउण वाले नूं कोई तेल तूल की भाल ते पानी नहीं पिआउंदा कोई। कहंदे तुसीं आपे खड़ के पी लो। मैं तां ठीक नहीं है, क्योंकि उठना औखा। प्यार नहीं उठिया जाता। प्यार होवे ते अकल वाणी मिलीदा। जदों प्यार मुक्के ते बंदा कहंदा कोई ना ही आवे, क्योंकि मैं ते सौना सोना ते एवें आ के डिस्टर्ब करनगे। बाणी कहंदी एक दिन पक्का ही सौ जाना, कर ला चार प्यार दीयां गल्लां यादां ही रह जाणगीआं। साडा सौना ही नहीं मुकदा। दिने रात कोई भैण भरा जे चाह ही मुक गया। इको चीज रात भी सुते दिने भी सुते, सौ सौ के सारी उम्र लंघा ली। तो महाराज कृपा करन कहंदी वीरे रुक जा, इदां ना पैर पाया। तेल चोया अंदर लंघाया, घुट के गल वकड़ी पा के मिले। कहंदी मैं सदके जावां, अज बड़ियां जंजीरां पाईयां, बड़ियां टेगां पाईयां, कोई रुतबा खास मिलिया है। कहण लगा भैणे अज मैनूं बड़ा मान मिलिया। 50,000 फौज दी औरंगजेब ने, अज मैनूं सिपा सलार ते मेरे मोढे ते सतार लगे, मैं जरनैल है। कहंदी नजर ना लगे। ते फिर भैण ने जदों जल पानी तैयार कीता ते छकाउण लगी ते कहंदी सच मैनूं दस अज किदां आणे होए। अज भैण दी याद कित्थों आ गई जो इन्नी गल की। कहंदा हाँ ओ जिहड़ा आनंदपुर साहिब बैठा है ना पहाड़ी दे उत्ते। कहंदी कौन? कहंदा वही बागी, बड़े शब्द आप बोले। कहंदी कौन? कहंदा गुरु गोबिंद सिंह। कहंदी वीरा शब्द संकोच के बोल, तू जानदा ਉਹਦੇ बारे। कई बार हो सकता ਆਪਾਂ ਨੂੰ ਕਿਸੇ ਪ੍ਰਤੀ ਕੋਈ ਭੜਕਾ ਦੇ, ਆਪਾਂ ਉਹਨੂੰ ਜਾਣਦੇ ਨਹੀਂ ਹੁੰਦੇ, ਪਰ ਕਿਸੇ ਦੀ ਚੁੱਕਣਾ ਤੇ ਆਪਾਂ ਉਹਨੂੰ ਮੰਦੇ ਸ਼ਬਦ ਬੋਲ ਦਈਦੇ। ਪਰ ਜਦੋਂ ਉਹਦੇ ਨਾਲ ਮਿਲੀਦਾ ਵਰਤੀਦਾ ਫਿਰ ਪਤਾ ਲੱਗਦਾ ਕਿ ਇਹ ਤਾਂ ਉਹਦੇ ਕੋਲ ਨਿਕਲਿਆ, ਮੈਂ ਕੀ ਸੋਚਦਾ ਸੀ। तो कहण दा भाव कहंदे भैणे की होया? कहंदी चलिया किथे है? कहंदा औरंगजेब ने जगीर दित्ती, जरनैल दित्ते है, मैं गुरु गोबिंद सिंह नूं बन के लियाउणा है। जदों इन्नी गल कही कि ओह जिहड़ा दुध दा गिलास सी धरती ते डिग पिया। कहण लगे मेरी गल सुन ला, तैनूं किसी ने भुलेखा पा दिता ही, जे 4 दिन जीना है ते वापस मुड़ जा। तू कुछ नहीं जानता ਉਹਦੇ बारे। अब मैं तेरी भैन ने अपने 2 पुत शहीद कराए है, उस गुरु का कलमा ले आए हाथ जोड़ के, ਉਹਦੇ ਨਾਲ कदे भी टक्कर ना लई, उस संत दे नाल ना लई टक्कर। फौजां हुंदियां होवेगी हार तेरी, ना जाई ਉਹਦੇ कोले। ते उस वेले कहन लगा भैणे पासे हो जा, मेरी मर्दानगी मेरी मर्दपुणे नूं नीवा ना पा। मैं कसम खाती कुरान की बाना का बीड़ा चुकिया है, मैं गुरु गोबिंद सिंह नूं बन के लियाउणा है। मैं कहण लगी फिर निकल जा मेरे घर, तेरा मेरा रिश्ता खत्म।
ਪੁੱਛਦੇ ਭੈਣੇ ਤੇਰਾ ਕੀ ਲੱਗਦਾ ਗੁਰੂ ਗੋਬਿੰਦ ਸਿੰਘ ਆਪਾਂ ਮੁਸਲਮਾਨ ਹੈ, ਤੂੰ ਕੀ ਲੈਣਾ ਉਹਦੇ ਤੋਂ? ਕਹਿੰਦੀ ਕੋਈ ਨਾ, ਕਿਆ ਹੁਣ ਵਾਕਈ ਨਹੀਂ ਲੱਗਣਾ। ਜਦੋਂ ਬੰਦੇ ਦੇ ਸਿਰ ਤੇ ਜਵਾਨੀ ਦਾ, ਪੈਸੇ ਦਾ, ਸੰਤਨਤ ਦਾ ਨਸ਼ਾ ਹੋਵੇ, ਉਹਨੂੰ ਵੀ ਕਥਾ ਕੁਥਾ ਚੰਗੀ ਲੱਗਦੀ, ਨਾ ਉਹਨੂੰ ਕੀਰਤਨ ਹੀ ਸੁਣਦਾ, ਨਾ ਉਹਨੂੰ ਰੱਬ ਦੀ ਬਾਣੀ ਸੁਣਦੀ। ਕਹਿੰਦੀ ਜਾ ਚਲਾ ਜਾ, ਕੁਛ ਨਹੀਂ ਖਾਧਾ ਪੀਤਾ ਤੇ ਕਸਮ ਖਾ ਕੇ ਕਹਿੰਦਾ ਬੰਨ ਕੇ ਲਿਆਵਾਂਗਾ, ਜਗੀਰਾਂ ਪਾਵਾਂਗਾ। ਭੈਣ ਕਹਿੰਦੀ ਜਿਉਂਦਾ ਆਵੇਗਾ ਤੇ ਬੰਨੇਗਾ। ਜਾ ਚਲੇ ਜਾ। ਜਦੋਂ ਬਾਅਦ ਮੈਂ ਸਮਝਾਂ ਕਿ ਇੱਕ ਸੀ, ਉਹ ਵੀ ਚਲੇ ਗਿਆ। ਜਦੋਂ ਗੁੱਸੇ ਦੇ ਵਿੱਚ ਚਾਹ ਪਾਣੀ ਨਹੀਂ ਪੀਤਾ, ਵਾਪਸ ਘੋੜੇ ਤੇ ਸਵਾਰ ਭੈਣ ਜੀ ਹੁੰਦੀ ਹੈ। ਮਾਂ ਦਾ ਦਿਲ ਕੋਮਲ ਹੁੰਦਾ ਹੈ, ਕਹਿ ਬੈਠੀ ਪਰ ਮਨ ਚ ਸੋਚਦੀ ਮਨਾ ਇੱਕ ਤੇਰਾ ਵੀਰ ਹੈ। ਅੱਜ ਉਹ ਵੀ ਪਾਣੀ ਨਹੀਂ ਪੀ ਕੇ ਗਿਆ। ਮੇਰੀ ਮਾਂ ਨੇ 100 ਸੁੱਖਣਾ ਸੁੱਖ ਕੇ ਲਿਆ ਸੀ ਆਪੋ ਸਤਨਾਮ। ਚੰਗੇ ਬੰਦੇ ਥਾਂ ਤੋਂ ਮਾਵਾਂ ਟੋਕਦੀਆਂ, ਬੱਚਾ ਕਰੇ ਜੀ ਗਲਤੀ ਮਾਵਾਂ, ਏਡੀਆਂ ਗੂੜੀਆਂ ਛਾਵਾਂ ਕਿਧਰੇ ਤੁਰ ਜਾਣ ਦੇ ਕਬਾਰ। ਤੁਰ ਗਿਆ ਸਾਹਿਬ ਖਾਂ ਜਰਨੈਲ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਚਿੱਠੀ ਪਹੁੰਚ ਗਈ। ਇੱਕ ਸਾਂਝਾ ਮੈਦਾਨ ਚੁਣਿਆ ਗਿਆ। ਉਧਰੋਂ ਦੋਨੋਂ ਜਰਨੈਲ ਇੱਕ ਦੂਜੇ ਤੇ ਧਾਵਾ ਕਰਨ ਲੱਗੇ। ਇੱਧਰੋਂ ਮਹਾਰਾਜ ਸਾਹਿਬ ਜੀ ਨੇ ਦਮਾਲਾ ਸਜਾਇਆ, ਚੱਕਰ ਲਾਏ। ਚੜ ਕੇ ਨੀਲੇ ਤੇ ਸਤਿਗੁਰੂ ਮਹਾਰਾਜ ਜੀ ਨੇ ਛੱਡੀਆਂ ਨਗਾਰਿਆਂ ਤੇ ਚੋਟਾਂ। ਜਦੋਂ ਮਾਰੇ ਕਿਲੇ ਦੇ ਵਿੱਚੋਂ ਨਿਕਲ ਲੱਗੇ ਤੇ ਡਿਓੜੀ ਦੇ ਵਿੱਚ ਰੁਕ ਗਏ। ਭਾਈ ਦਇਆ ਸਿੰਘ ਜੀ ਨੇ ਮਹਾਰਾਜ ਜੀ ਕੀ ਹੋਇਆ? ਕਹਿੰਦੇ ਦਇਆ ਸਿੰਘ ਸਾਡੀਆਂ ਰਕਾਬਾਂ ਦੇ ਵਿੱਚ ਪਾਏ ਹੋਏ ਚਰਨਾਂ ਨੂੰ ਕਿਸੇ ਨੇ ਪਕੜ ਲਿਆ। ਮੰਨਦੇ ਹੋ ਬਾਣੀ ਪੜ੍ਹਨ ਵਾਲਿਆਂ ਦੀ ਤਾਕਤ ਤੋਂ ਸਾਹਮਣੇ ਆਉਣੀ, ਜਿਹੜੇ ਮੇਰੇ ਵੀਰ ਭੈਣ ਸ਼ਰਧਾ ਨਾਲ ਬਾਣੀ ਪੜ੍ਹਦੇ। ਬਾਣੀ ਕੀ ਹੈ? ਕਹਿੰਦੇ ਮਹਾਰਾਜ ਤੁਹਾਡੀਆਂ ਰਕਾਬਾਂ ਤੇ ਘੋੜੇ ਦੇ ਉੱਤੇ ਬੈਠੇ ਹੋ ਤੇ ਕੋਈ ਵੀ ਨਹੀਂ ਹੈ। ਮਹਾਰਾਜ ਕਹਿੰਦੇ ਦਇਆ ਸਿੰਘਾਂ ਦਿਲਾਂ ਦੀ ਖੇਡ ਦਿਲ ਜਾਣਦੇ ਆ, ਤੂੰ ਨਹੀਂ ਜਾਣਦਾ। ਜੇ ਵੀਡੀਓ ਕਾਲ ਪੰਜਾਬ ਦੇ ਵਿੱਚੋਂ ਅਮਰੀਕਾ 'ਚ ਬੰਦਾ ਬੈਠਾ ਵਿਖਾ ਸਕਦੀ ਹੈ, ਇਹ ਤਾਂ ਕੱਲ ਦੀ ਟੈਕਨੋਲੋਜੀ ਹੈ। ਗੁਰੂ ਗੋਬਿੰਦ ਸਿੰਘ ਦੀ ਬਾਣੀ ਤਾਂ ਦਰਗਾਹ ਦੀ ਨਕਸ਼ੀ ਵਿਖਾ ਸਕਦੀ ਹੈ। ਇਹ ਤਾਂ ਬੰਦੇ ਨੇ ਬਣਾਇਆ ਕੰਪਿਊਟਰ, ਤਾਂ ਰੱਬ ਦੇ ਘਰ ਨੇ ਬਾਣੀ ਤਿਆਰ ਕੀਤੀ। ਧੁਰਕੀ ਬਾਣੀ ਆਈ। ਅਸੀਂ ਟੈਕਨੋਲੋਜੀ ਨੂੰ ਜ਼ਿਆਦਾ ਮੰਨਦੇ, ਗੁਰਬਾਣੀ। ਕਹਿੰਦੇ ਦਇਆ ਸਿੰਘਾਂ ਮੇਰੇ ਚਰਨ ਫੜ ਲਏ ਕਿਸੇ ਭੈਣ ਨੇ, ਤੇ ਭੈਣ ਨੇ ਉਹਦੀ ਜਿਹੜਾ ਚੜ ਕੇ ਆ ਰਿਹਾ 50,000 ਫੌਜ ਲੈ ਕੇ, ਤੇ ਮਹਾਰਾਜ ਸਾਹਿਬ ਉੱਥੇ ਖਲੋ ਗਏ। ਨੇਤਰ ਕਰ ਲਏ ਬੰਦ, ਤੇ ਇੱਧਰ ਸਢੌਲੇ ਤੇ ਉੱਧਰ ਨੰਦ। ਤੇ ਭੈਣ ਨੇ ਪੜ੍ਹਿਆ ਸੁਖਮਨੀ ਸਾਹਿਬ ਦਾ ਜਾਪ ਤੇ ਹੱਥ ਜੋੜੇ, ਨੇਤਰ ਕੀਤੇ ਬੰਦ। ਚੌਂਕੇ ਦੇ ਵਿੱਚ ਬੈਠੀ ਥੱਲੇ ਹੱਥ ਜੋੜ ਕੇ ਅੱਖਾਂ 'ਚੋਂ ਪਾਣੀ ਵਗ ਰਿਹਾ। ਇੱਧਰ ਮਹਾਰਾਜ ਸਾਹਿਬ ਦੇ ਪਿੱਛੇ ਸਿੰਘ ਤਿਆਰ ਨੇ, ਘੋੜੇ ਹਿਲਕਦੇ ਨੇ, ਲਾਲੀਆਂ ਚੜ੍ਹਦੀਆਂ ਵੀ ਕਿਹੜਾ ਵੇਲਾ ਹੋਵੇ ਸਤਿਗੁਰੂ ਜੈਕਾਰਾ ਛੱਡਣ ਤੇ ਮਹਾਰਾਜ ਰੁਕੇ ਪਏ। ਸਿੱਖਾਂ ਨੇ ਸੋਚਿਆ ਕਿ ਅਰਦਾਸ ਹੋ ਰਹੀ ਹੈ। ਹੁਣ ਘੋੜੇ ਹਿਲਕਦੇ, ਕਾਹਲੀ ਪੈਂਦੀ ਹੈ। ਅੱਜ ਵੀ ਜਦੋਂ ਕਿਤੇ ਗੁਰੂ ਕੇ ਨਿਹੰਗ ਸਿੰਘ ਮਹੱਲਾ ਕੱਢਦੇ ਆ ਨਾ, ਇੱਕ ਘੋੜਾ ਜਿਹੜਾ ਕਿਸੇ ਵੀ ਜਥੇਬੰਦੀ ਦੇ ਵਿੱਚ ਵੇਖੋ ਤੇ ਕੋਈ ਸਵਾਰ ਨਹੀਂ ਹੁੰਦਾ। ਜਿਹੜੇ ਨਿਹੰਗ ਸਿੰਘਾਂ ਨਾਲ ਜਿਨ੍ਹਾਂ ਦਾ ਪਰਿਵਾਰਾਂ ਦਾ ਮੇਲ ਹੈ ਨਾ, ਇੱਕ ਘੋੜਾ ਜਦੋਂ ਵੀ ਮਹੱਲਾ ਖੇਡਿਆ ਜਾਂਦਾ ਸੁਲਤਾਨਪੁਰ, ਉਹ ਘੋੜੇ ਤੇ ਕੋਈ ਸਵਾਰ ਨਹੀਂ ਹੁੰਦਾ, ਉਹਦੇ ਉੱਤੇ ਆਸਣ ਲੱਗਾ ਹੁੰਦਾ ਹੈ ਤੇ ਬਾਕੀ ਘੋੜੇ ਦੌੜ ਲਾਉਂਦੇ ਆ। ਇੰਨਾ ਪਸੀਨਾ ਉਹਨਾਂ ਦੇ ਨਹੀਂ ਚੋਂਦਾ ਜਿੰਨਾ ਉਹ ਖਾਲੀ ਤੇ ਚੋਂਦਾ ਏ। ਅੱਜ ਵੀ ਕਿਤੇ ਜਾ ਕੇ ਵੇਖ ਲਿਓ, ਅੱਜ ਚੇਤਾ ਰੱਖ ਲਿਓ, ਕੱਤਕ ਦੀ ਪੂਰਨਮਾਸੀ ਨੂੰ ਭੌਣ ਦੌੜ ਹੁੰਦੀ ਹੈ। ਉੱਥੇ ਪ੍ਰਤੱਖ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਕਿ ਮੇਰੀ ਸਵਾਰੀ ਤਿਆਰ ਰੱਖਿਓ, ਜਦੋਂ ਵੀ ਮੇਰਾ ਖਾਲਸਾ ਮਹੱਲਾ ਖੇਡਿਆ ਕਰੇਗਾ ਮੈਂ ਆ ਕੇ ਘੋੜੇ ਤੇ ਲਿਆ ਕਰਾਂਗਾ। ਅੱਜ ਵੀ ਕਿਤੇ ਵੇਖਿਓ ਲਿਪ ਕੇ ਘੋੜਾ ਚੱਲਦਾ ਹੈ, ਉਹ ਜਿਹੜਾ ਤਿਆਰ ਕੀਤਾ ਹੁੰਦਾ, ਜਿਹਦੀ ਸ਼ਰਧਾ ਨੂੰ ਦਰਸ਼ਨ ਵੀ ਹੁੰਦੇ, ਜਿਹਦੀ ਤਰਕ ਉਹ ਆਪਣੇ ਮਾਂ ਪਿਓ ਨੂੰ ਨਹੀਂ ਮੰਨਦਾ। ਜਿਹੜਾ ਬੰਦਾ ਤਰਕਸ਼ੀਲ ਉਹ ਆਪਣੀ ਮਾਂ ਨੂੰ ਕਹਿੰਦਾ ਤੂੰ ਮੈਨੂੰ ਕਦੋਂ ਜੰਮਿਆ, ਤੁਸੀਂ ਮੈਨੂੰ ਕਦੋਂ ਪਾਲਿਆ, ਮੈਂ ਤੇ ਆਪੇ ਪਲ ਗਿਆ। ਉਹ ਤਾਂ ਆਪਣੇ ਮਾਂ ਪਿਓ ਨੂੰ ਨਹੀਂ ਮੰਨਦੇ, ਗੁਰੂ ਨੂੰ ਕਿੱਥੋਂ ਮੰਨਣਗੇ। ਉਸ ਵੇਲੇ ਸਾਧ ਸੰਗਤ ਜੀ ਭੈਣ ਨੇ ਅਰਦਾਸ ਕੀਤੀ ਤੇ ਮਹਾਰਾਜ ਨੇ ਅਰਦਾਸ ਦੇ ਵਿੱਚ ਗੱਲ ਸੁਣੀ। ਕਹਿੰਦੇ ਹਾਂ ਨਸੀਰਾਂ ਤੂੰ ਪੁੱਤ ਸ਼ਹੀਦ ਕਰਾਏ, ਦੱਸ ਮੇਰੀ ਭੈਣ ਕੀ ਚਾਹੀਦਾ ਅੱਜ? ਕਹਿ ਲੱਗੀ ਇੱਕ ਅਰਦਾਸ ਹੈ, ਮੇਰੀ ਮਾਂ ਦਾ ਕੱਲਾ ਕੱਲਾ ਪੁੱਤ ਹੈ ਮੇਰਾ ਵੀਰ ਸੈਦ, ਤੇ ਮੂਰਖ ਹੈ, ਉਮਰ ਛੋਟੀ ਹੈ, ਜਵਾਨੀ ਦਾ ਜੋਸ਼ ਹੈ, ਤੇ ਔਰੰਗਜ਼ੇਬ ਨੇ 50,000 ਫੌਜ ਦੇ ਕੇ ਚੜਾ ਦਿੱਤਾ ਹੈ ਤੇ ਮਹਾਰਾਜ ਤੇਰੇ ਤੇ ਚੜਾਈ ਕਰਕੇ ਆ ਗਏ। ਮਹਾਰਾਜ ਕਿਤੇ ਆ ਗਿਆ ਤੇ ਫਿਰ ਜਲ ਪਾਣੀ ਦੇ ਚੁਕਾਉਣਾ ਹੀ ਪਊ ਕਿ ਉਹ ਵੀ ਜਰਨੈਲ ਹੈ, ਇੱਧਰ ਵੀ ਜਰਨੈਲ ਹੈ, ਹੁਣ ਅਸੀਂ ਹੱਥ ਤੇ ਜੋੜਨੇ ਨਹੀਂ ਹੈ। ਕਹਿਣ ਲੱਗੀ ਮਹਾਰਾਜ ਜੀ ਉਹਨੇ ਨਹੀਂ ਜੋੜਨੇ, ਮੈਂ ਤੇ ਜੋੜੀ ਹੈ। ਮੇਰੀ ਮਾਂ ਦੀ ਕੁੱਖ ਬੁਝਾ ਲਿਓ, ਅੱਜ ਤੁਹਾਡੇ ਆਸਰੇ ਮੈਂ ਬੇਨਤੀ ਕਰਦੀ ਹਾਂ। ਮਹਾਰਾਜ ਕਹਿੰਦੇ ਦੱਸ, ਜਦੋਂ ਉਹ ਤੀਰ ਚਲਾਵੇਗਾ ਫਿਰ ਸਾਡੇ ਵੱਜੇਗਾ।
ਅਸੀਂ ਛਾਤੀ ਅੱਗੇ ਕਰਾਂਗੇ, ਫਿਰ ਤੈਨੂੰ ਇੱਕ ਨੂੰ ਤੇ ਗਵਾਉਣਾ ਪੈਣਾ ਹੀ ਹੈ, ਜਾਂ ਗੁਰੂ ਗਵਾਲੀ ਤੇ ਜਾਂ ਭਰਾ ਗਵਾਲੀ। ਹੁਣ ਨਸੀਰਾਂ ਫਸ ਗਈ ਦੁਬਿਧਾ ਦੇ ਵਿੱਚ, ਨਾ ਗੁਰੂ ਨੂੰ ਛੱਡ ਸਕਦੀ ਨਾ ਵੀਰ ਨੂੰ। ਅਰਦਾਸ ਕਰਕੇ ਕੀਤੀ ਸਤਿਗੁਰਾਂ ਇੰਨੀ ਪਰਖਣਾ ਪਾ ਮੈਥੋਂ ਚੱਲੀ ਨਹੀਂ ਜਾਂਦੀ। ਮਹਾਰਾਜ ਕਹਿੰਦੇ ਫਿਰ ਦੱਸ ਕਿ ਜਿਹੜਾ ਸਾਹਮਣੇ ਉਹ ਤੀਰ ਮਾਰੂਗਾ ਤੇ ਅਸੀਂ ਉਹਦੇ ਮੂੰਹ ਵੱਲ ਥੋੜਾ ਵੇਖਾਂਗੇ, ਕਿ ਸਾਡੀ ਛਾਤੀ 'ਚ ਵੱਜੇਗਾ। ਜੇ ਅਸੀਂ ਜਾਵਾਂਗੇ ਦੁਨੀਆ ਤੋਂ ਜਾਂ ਉਹਨੂੰ ਘਲਾਵਾਂਗੇ, ਮਾਰਨਾ ਤੇ ਪੈਣਾ ਹੀ। ਇਹ ਗੱਲ ਤਾਂ ਪੱਕੀ ਹੈ। ਬਾਕੀ ਤੂੰ ਪਿਆਰ ਕਰਦੀ ਹੈ, ਡਿਸਾਈਡ ਤੂੰ ਕਰ ਲੈ ਭੈਣੇ ਕਿਹੜੀ ਚੀਜ਼ ਨਾਲ ਮਾਰਾਂ। ਪਸੰਦ ਕਰ ਲਾ, ਗੋਲੀ ਮਾਰਾਂ, ਤੀਰ ਮਾਰਾਂ, ਨੇਜਾ ਮਾਰਾਂ, ਖੰਜਰ ਮਾਰਾਂ। ਇਹਨੇ ਸਤਿਗੁਰੂ ਫਿਰ ਮਾਰਨਾ ਹੀ ਹੈ। ਮਾਰੇ ਕਹਿੰਦੇ ਹਾਂ ਜੰਗ ਦਾ ਅਸੂਲ ਹੈ, ਜਦੋਂ ਕੋਈ ਚੜ ਕੇ ਆਵੇ ਤੇ ਮਰਦਾਂ ਦਾ ਕੰਮ ਫਿਰ ਮਰਦ ਭਿੜਦੇ ਐ। ਇੱਕ ਪਾਸੇ ਤਾਂ ਗੱਲ ਹੋਣੀ, ਮਾਰਨਾ ਤੇ ਪੈਣਾ ਹੈ। ਫਿਰ ਜਿਹੜਾ ਬਾਣੀ ਪੜ੍ਹਦਾ ਨਾ ਰੋਜ਼, ਬ੍ਰਹਮ ਗਿਆਨੀ ਕੀ ਕੀਮਤ ਨਾ ਹੈ, ਬ੍ਰਹਮ ਗਿਆਨੀ ਕਹਿ ਸਗਲ ਬਨਵਾਰੀ, ਉਹਦਾ ਦਸਵਾਂ ਖੁੱਲ ਜਾਂਦਾ। ਆਪੇ ਕਥਾ ਉਤਰਦੀ ਹੈ, ਆਪੇ ਗੱਲਾਂ ਆਉਣ ਲੱਗ ਪੈਂਦੀਆਂ। ਕਿਤਾਬਾਂ ਪੜ੍ਹ ਕੇ ਤਾਂ ਚੇਤਾ ਭੁੱਲ ਜਾਂਦਾ। ਕੋਈ ਬੰਦਾ ਪੜ੍ਹ ਕੇ ਆਖੇ ਨਾ ਮੈਂ ਸੁਣਾਉਣਾ, ਕਦੇ ਨਹੀਂ ਸੁਣਾ ਸਕਦਾ, ਉਹਦਾ ਚੇਤਾ ਭੁੱਲ ਜਾਣਾ ਇੱਥੇ ਆਉਂਦੇ ਨੂੰ ਕੀ ਪੜ੍ਹਿਆ ਸੀ। ਇਹ ਗੁਰੂ ਤਰਸ ਕਰਦਾ ਹੈ। ਜਦੋਂ ਫਿਰ ਅਰਦਾਸ ਕਰਦੀ ਕਰਦੀ ਕਹਿੰਦੀ ਸਤਿਗੁਰੂ ਮਾਰਨਾ ਹੀ ਹੈ। ਮਾਰੇ ਕਹਿੰਦੇ ਬਿਲਕੁਲ, ਤੂੰ ਦੱਸ ਕਿਹੜੀ ਚੀਜ਼ ਨਾਲ ਮਾਰੀਏ। ਤੇ ਨਸੀਰਾਂ ਹੱਥ ਜੋੜ ਕੇ ਕਹਿੰਦੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮੈਂ ਤੇਰੀ ਬਾਣੀ ਪੜ੍ਹੀ ਜਪਜੀ ਸਾਹਿਬ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਜੇ ਮਾਰਨਾ ਹੀ ਹੈ ਤੇ ਆਪਣੀਆਂ ਨਜ਼ਰਾਂ ਦੇ ਨਾਲ ਹੀ ਮਾਰਦੇ ਹੋ। ਕਿੱਡੀ ਵੱਡੀ ਦਾਤ ਮੰਗ ਲਈ, ਉਹੀ ਕੰਮ ਹੋਇਆ ਜਦੋਂ ਸਾਹਮਣੇ ਪਿੜ ਪਿਆ। ਮਹਾਰਾਜ ਦੇ ਸਾਹਮਣੇ ਆਇਆ ਤੇ ਹਜ਼ੂਰ ਪਾਤਸ਼ਾਹ ਮਹਾਰਾਜ ਕਹਿੰਦੇ ਬਾਹਰ ਕਰ, ਤੂੰ ਸਹੁੰ ਖਾ ਕੇ ਆਏ, ਲੈ ਜਾ ਸਾਨੂੰ ਜਿਉਂਦਾ ਜਾਂ ਮੁਰਦਾ। ਜਦੋਂ ਨੇੜੇ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਸਿੱਧੇ ਵੇਖ ਰਹੇ ਗੁਰੂ ਗੋਬਿੰਦ ਸਿੰਘ, ਤੁਸੀਂ ਵੀ ਦਰਸ਼ਨ ਕਰ ਲਿਓ। ਇਹਨੇ ਕੱਢਿਆ ਹੈ ਤੀਰ, ਚਾੜਿਆ ਕਮਾਨ ਦੇ ਉੱਤੇ ਤੇ ਜਦੋਂ ਨਿਸ਼ਾਨਾ ਲਾਉਣ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਦੀ ਛਾਤੀ, ਜਦੋਂ ਆਪਾਂ ਨਿਸ਼ਾਨਾ ਕਿਸੇ ਚੀਜ਼ ਤੇ ਲਾਉਣਾ ਤੇ ਅੱਖਾਂ ਸਿੱਧੀਆਂ ਜਾਣੀਆਂ। ਹੁਣ ਜਦੋਂ ਇਹਦੀਆਂ ਅੱਖਾਂ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨੇਤਰ ਮਿਲੇ ਤੇ ਮਹਾਰਾਜ ਸਾਹਿਬ ਨੇ ਗੌਰ ਦੇ ਨਾਲ ਇਹਦੀਆਂ ਅੱਖਾਂ 'ਚ ਅੱਖਾਂ ਪਾ ਕੇ ਵੇਖਿਆ, ਨੂਰਾਨੀ ਜੋਤ ਸੀ। ਉਧਰੋਂ ਅਰਦਾਸ ਇਹ ਹੋਈ ਸੀ ਕਿ ਇਹਨੂੰ ਅੱਖਾਂ ਨਹੀਂ ਮਾਰ ਦਿਓ। ਮੇਰੇ ਪਾਤਸ਼ਾਹ ਮਹਾਰਾਜ ਦੀ ਅੱਖਾਂ 'ਚ ਨੂਰ ਹੀ ਏਦਾਂ ਦਾ ਉਹਦੀਆਂ ਅੱਖਾਂ ਦੇ ਵਿੱਚ ਪਿਆ, ਜਿਹੜਾ ਕਸਮ ਖਾ ਕੇ ਆਇਆ ਸੀ, ਡੋਲੇ ਫਰਕਦੇ ਸੀ, ਉਹਦੇ ਹੱਥਾਂ 'ਚੋਂ ਕਮਾਨ ਡਿੱਗ ਪਈ। ਹੱਥ ਕੰਬਣ ਲੱਗ ਪਏ, ਘੋੜੇ ਤੋਂ ਉਤਰ ਕੇ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਲੰਮੇ ਪੈ ਗਿਆ। ਸਾਰੀਆਂ ਫੌਜਾਂ ਹੈਰਾਨ ਹੋਈਆਂ ਕਿ ਹੋਇਆ ਕੀ ਹੈ। ਉਸ ਵੇਲੇ ਸਾਧ ਸੰਗਤ ਦੀ ਗੁਰਬਾਣੀ ਕਹਿੰਦੀ ਹੈ, ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣ ਆਈ, ਭਈ ਸੰਗੇ ਜੁਗਿਅੰਤਰ ਬੋਲ ਨਾਨਕ ਕੀ ਵਡਿਆਈ। ਵਾਲਿਓ ਮੇਰੇ ਬਾਬੇ ਦੀ ਵਡਿਆਈ ਹੈ, ਕੋਈ ਅਰਦਾਸ ਕਰਨ ਵਾਲਾ ਹੋਵੇ ਤੇ ਅੱਗੇ ਸੁਣਨ ਵਾਲਾ ਹੋਵੇ। ਕਿਉਂ ਨਹੀਂ ਸੁਣਦਾ ਸਤਿਗੁਰੂ? ਤੇਰੇ ਕਹਿਣ 'ਚ ਕਮੀ ਹੋ ਸਕਦੀ, ਸਿੱਖਾਂ ਤੇਰੇ ਗੁਰੂ ਦੇ ਦੇਣ 'ਚ ਕਮੀ ਨਹੀਂ ਹੋ ਸਕਦੀ। ਐਸੀ ਵਿਚਾਰ ਅੱਜ ਆਪਾਂ ਇੱਥੇ ਸੰਕੋਚਦੇ ਹਾਂ। ਇਸ ਤਰ੍ਹਾਂ ਕਰਕੇ ਸਾਧ ਸੰਗਤ ਜੀ ਜਿਹੜੇ ਗੁਰੂ ਨੂੰ ਪਿਆਰ ਕਰਦੇ ਆ, ਬਾਣੀ ਨੂੰ ਪਿਆਰ ਕਰਦੇ, ਇਤਿਹਾਸ ਨੂੰ ਪਿਆਰ ਕਰਦੇ ਆ, ਉਹਨਾਂ ਨੂੰ ਫਿਰ ਗੁਰੂ ਦੇ ਨਾਲ ਆਪੇ ਪਿਆਰ ਹੋ ਜਾਂਦਾ। ਬੰਦੇ ਨਾਲ ਪਿਆਰ ਕਰੋਗੇ ਤੁਹਾਨੂੰ ਕੀ ਦਊਗਾ? ਕੋਈ ਸੋਨਾ ਦੇ ਦੂ, ਪੈਸੇ ਦੇ ਦੂਗਾ, ਚਾਂਦੀ ਦੇ ਦੂਗਾ, ਹੋ ਸਕਦਾ ਗੱਡੀ ਗਿਫਟ ਕਰ ਦੇ, ਕੋਈ ਹੋ ਸਕਦਾ ਘੜੀ ਦੇ ਦੇ, ਪਰ ਜਦੋਂ ਗੁਰੂ ਖੁਸ਼ ਹੁੰਦਾ ਨਾ ਆਪਣੀ ਗੋਦੀ 'ਚ ਥਾਂ ਦੇ ਦਿੰਦਾ। ਵੱਡੀਆਂ ਦਾਤਾਂ ਬੜੀਆਂ। ਬਹੁਤ ਬਹੁਤ ਧੰਨਵਾਦ ਗੁਰੂ ਕੀ ਸੰਗਤ ਦਾ। ਅੱਜ ਉਹਨਾਂ ਸ਼ਹੀਦਾਂ ਦਾ ਦਿਨ ਸੀ ਤੇ ਆਪਾਂ ਉਸੇ ਤਰ੍ਹਾਂ ਪ੍ਰਸੰਗਰਾਮ ਕੀਤੇ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਬੰਦ ਬੰਦ ਉਤਰੀਆਂ ਰੱਖੀਆਂ ਤੇ ਜਦ ਡੁੱਲਦਾ ਖੂਨ ਸ਼ਹੀਦਾਂ ਦਾ, ਜਦ ਡੁੱਲਦਾ ਖੂਨ ਸ਼ਹੀਦਾਂ ਦਾ, ਜਦ ਡੁੱਲਦਾ ਖੂਨ ਸ਼ਹੀਦਾਂ ਦਾ, ਜਦ ਡੁੱਲਦਾ ਖੂਨ ਸ਼ਹੀਦਾਂ ਦਾ। ਤਕਦੀਰ ਬਦਲਦੀ ਕੌਮਾਂ ਦੀ, ਤਕਦੀਰ ਬਦਲਦੀ ਕੌਮਾਂ ਦੀ, ਤਕਦੀਰ ਬਦਲਦੀ ਕੌਮਾਂ ਦੀ, ਤਕਦੀਰ ਬਦਲਦੀ ਕੌਮਾਂ ਦੀ। ਰੰਬੀਆਂ ਨਾਲ ਖੋਪਰ ਲੈਂਦੇ ਜਾਣ, ਰੰਬੀਆਂ ਨਾਲ ਖੋਪਰ ਲੈਂਦੇ ਜਾਣ, ਰੰਬੀਆਂ ਨਾਲ
ਖੋਪਰ ਲੈਂਦੇ ਜਾ ਰੰਬੀਆਂ ਨਾਲ ਖੋਪਰ ਲੈਂਦੇ ਜਾ ਤਸਵੀਰ ਬਦਲਦੀ ਕੌਮਾਂ ਦੀ ਤਸਵੀਰ ਬਦਲਦੀ ਕੌਮਾਂ ਦੀ ਤਸਵੀਰ ਬਦਲਦੀ ਕੌਮਾਂ ਦੀ ਤਸਵੀਰ ਬਦਲਦੀ ਕੌਮਾਂ ਦੀ ਜਦ ਡੁੱਲਦਾ ਖੂਨ ਸ਼ਹੀਦਾਂ ਦਾ 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 ਤਕਦੀਰ ਬਦਲਦੀ ਕੌਮਾਂ ਦੀ ਤਕਦੀਰ ਬਦਲਦੀ ਕੌਮਾਂ ਦੀ ਤਕਦੀਰ ਬਦਲਦੀ ਕੌਮਾਂ ਦੀ ਤਕਦੀਰ ਬਦਲਦੀ ਕੌਮਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬੋਲੇ